ਧੰਨ ਵਾਹਿਗੁਰੂ ਸਾਹਿਬ ਜੀ। ਤੇਰੀ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਕੋ, ਤੂੰ ਠਾਕੁਰ ਊਚ ਭਗਵਾਨਾ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨ ਸਕੋ, ਤੂੰ ਠਾਕੁਰ ਊਚ ਭਗਵਾਨਾ। ਇਕ ਓੰਕਾਰ ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ। ਬੋਲੇ ਸ਼ੇਖ ਫਰੀਦ ਪਿਆਰੇ ਅੱਲਾ ਲਗੇ, ਇਹ ਤਨ ਹੋਸੀ ਖਾਕ ਨਿਮਾਣੀ ਗੋਰ ਘਰੇ। ਆਜ ਮਿਲਾਵਾ ਸ਼ੇਖ ਫਰੀਦ, ਟਾਕਮ ਕੂੰਜੜੀਆਂ ਮਨੋ ਮਚੰਦੜੀਆਂ। ਆਜ ਮਿਲਾਵਾ ਸ਼ੇਖ ਫਰੀਦ, ਆਜ ਮਿਲਾਵਾ, ਆਜ ਮਿਲਾਵਾ ਸ਼ੇਖ ਫਰੀਦ। ਟਾਕਮ ਕੁੰਜੜੀਆਂ ਮਨੋ ਮਚੰਦੜੀਆਂ। ਜੇ ਜਾਣਾ ਮਰ ਜਾਈਏ ਘੁੰਮ ਨ ਆਈਏ, ਝੂਠੀ ਦੁਨੀਆ ਲੱਗ ਨ ਆਪ ਵੰਝਾਈਏ। ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੈ ਵਾਟ ਮੁਰੀਦਾ ਜੋਲੀਐ। ਸੈੜ ਲਗਨ ਦੇ ਪਾਰ ਗੋਰੀ ਮਨ ਧੀਰਿਆ, ਕੰਚਨ ਵੰਨੇ ਪਾਸੇ ਕਲਵਤ ਚੀਰਿਆ। ਸ਼ੇਖ ਹਯਾਤੀ ਜਗ ਨਾ ਕੋਈ ਥਿਰ ਰਹਿਆ, ਜਿਸ ਆਸਣ ਹਮ ਬੈਠੇ ਕੀਤੇ ਬੈਸ ਗਿਆ। ਕਤਕ ਕੂੰਜਾਂ ਚੇਤ ਡੌਂ, ਸਾਵਣ ਬਿਜਲੀਆਂ। ਸਿਆਲੇ ਸੁਹੰਦੀਆਂ ਪਿਰ ਗਲ ਬਾੜੀਆਂ। ਚੱਲੇ ਚੱਲਣ ਹਾਰ ਵਿਚਾਰਾਂ ਲੈ ਮਨੋ, ਗਢਿੰਦਿਆਂ ਛੇਮਾਂ ਤੁੜਦਿਆਂ ਹਿਕ ਖਿਨੋ। ਜਿਮੀ ਪੁਛੇ ਅਸਮਾਨ ਫਰੀਦਾ, ਖੇਵਟ ਕਿਨ ਗਏ। ਜਾਲਣ ਗੋਰਾਂ ਨਾਲ ਉਲਾਮੇ ਜੀ ਸਹੇ। ਜਿਮੀ ਪੁਛੇ ਅਸਮਾਨ ਫਰੀਦਾ, ਖੇਵਟ ਕਿਨ ਗਏ। ਜਾਲਣ ਗੋਰਾਂ ਨਾਲ ਉਲਾਮੇ ਜੀ ਸਹੇ। ਪਰਮ ਸਨਮਾਨਯੋਗ ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ। ਸ਼ਾਮਾਂ ਵੇਲੇ ਦੇ ਗੁਰਮਤਿ ਸਮਾਗਮ ਦੀ ਆਪਾਂ ਸਾਰੇ ਬਹੁਤ ਪਿਆਰ ਨਾਲ ਹਾਜ਼ਰੀ ਭਰ ਰਹੇ ਹਾਂ। ਸੋਦਰ
ਰਹਿਰਾਸ ਪਾਵਨ ਬਾਣੀ ਦੇ ਪਾਠ ਤੋਂ ਉਪਰੰਤ ਆਪ ਜੀ ਨੇ ਬਹੁਤ ਪਿਆਰ ਨਾਲ ਸਤਿਕਾਰਯੋਗ ਭਾਈ ਸਾਹਿਬ ਹੋਣਾ ਦੇ ਜਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਭਗਤ ਫਰੀਦ ਜੀ ਜਿਨ੍ਹਾਂ ਦਾ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 26 ਤਰੀਕ ਨੂੰ ਯਾਨੀ ਕਿ ਕੱਲ੍ਹ ਜਿਹੜਾ ਦਿਨ ਲੰਘ ਚੁੱਕਾ ਹੈ, ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਉਹਨਾਂ ਦਾ ਕੱਲ੍ਹ ਪ੍ਰਕਾਸ਼ ਦਿਹਾੜਾ ਸੀ। ਅੱਜ ਦਾ ਇਹ ਗੁਰਮਤਿ ਸਮਾਗਮ ਜਿਸ ਵਿੱਚ ਆਪਾਂ ਭਗਤ ਫਰੀਦ ਜੀ ਉਹਨਾਂ ਦਾ ਪਾਵਨ ਸ਼ਬਦ, ਉਹਨਾਂ ਦੀਆਂ ਪਾਵਨ ਸਿੱਖਿਆਵਾਂ, ਉਹਨਾਂ ਦੇ ਪਾਵਨ ਵਿਚਾਰ ਰਲ ਮਿਲ ਕੇ ਸਾਂਝੇ ਕਰਨ ਦਾ ਯਤਨ ਕਰਨਾ। ਬਾਕੀ ਜਿਹੜੇ 3 ਦੀਵਾਨ ਨੇ ਉਹਨਾਂ ਦੀਵਾਨਾਂ ਵਿੱਚ ਆਪਾਂ ਗੁਰੂ 9ਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜੋ 400 ਸਾਲਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਉਹਨੂੰ ਸਮਰਪਿਤ 3 ਦੀਵਾਨ ਹੋਣਗੇ, ਜਿਸ ਵਿੱਚ ਆਪਾਂ ਗੁਰੂ 9ਵੇਂ ਪਾਤਸ਼ਾਹ ਜੀ ਦੀ ਬਾਣੀ, ਉਹਨਾਂ ਦੀਆਂ ਸਿੱਖਿਆਵਾਂ, ਉਹਨਾਂ ਦੇ ਪਾਏ ਹੋਏ ਸਾਡੇ ਸਮਾਜ ਲਈ ਦੁਨੀਆ ਲਈ ਜੋ ਪੂਰਨੇ ਨੇ ਰਾਹ ਨੇ, ਉਹਨਾਂ ਬਾਰੇ ਮਿਲ ਬੈਠ ਕੇ ਵਿਚਾਰ ਚਰਚਾ ਕਰਨ ਦਾ ਆਪਾਂ ਯਤਨ ਕਰਾਂਗੇ। ਆਓ ਬੜੇ ਅਦਬ ਨਾਲ ਸਾਰੀ ਸੰਗਤ ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਫਰੀਦ ਜੀ ਦੇ ਪਾਵਨ ਇਸ ਪਾਵਨ ਸ਼ਬਦ ਦੀ ਵਿਚਾਰ ਸਾਂਝੀ ਕਰਨ ਤੋਂ ਪਹਿਲਾਂ ਆਓ ਰਲ ਕੇ ਇੱਕ ਵਾਰ ਗੁਰਬਾਣੀ ਦੀਆਂ ਇਹਨਾਂ ਤੁਕਾਂ ਦਾ ਪਾਠ ਕਰ ਲਈਏ ਤਾਂ ਕਿ ਸਾਡਾ ਮਨ ਸ਼ਬਦ ਦੀ ਵਿਚਾਰ ਵਾਸਤੇ ਤਿਆਰੀ ਵਿੱਚ ਆ ਸਕੇ, ਕਿਉਂਕਿ ਜਿਹੜਾ ਮਨ ਹੈ ਇਹ ਵੀ ਸ਼ਬਦ ਹੀ ਹੈ। ਮਨ ਜਿਹੜਾ ਹੈ ਉਹ ਸਾਡੇ ਵਿਚਾਰ ਨੇ, ਜਿੱਦਾਂ ਦੇ ਮਨੁੱਖ ਦੇ ਵਿਚਾਰ ਹੁੰਦੇ ਨੇ ਉੱਦਾਂ ਦਾ ਹੀ ਮਨੁੱਖ ਦਾ ਮਨ ਹੁੰਦਾ ਹੈ। ਮਨ ਕੋਈ ਇੱਦਾਂ ਦਾ ਸਾਹਮਣੇ ਦਿਸਦਾ ਪਾਰਟ ਨਹੀਂ, ਕੋਈ ਹਿੱਸਾ ਨਹੀਂ ਹੈ ਜਿਹੜਾ ਆਪਾਂ ਕਿਸੇ ਨੂੰ ਕਹਿ ਦਈਏ ਵੀ ਲਿਆ ਮੈਨੂੰ ਆਪਣਾ ਤੂੰ ਮਨ ਵਿਖਾ। ਮਨ ਇਨਸਾਨ ਦੇ ਵਿਚਾਰ ਨੇ। ਧਿਆਨ ਨਾਲ ਸੁਣਿਓ ਜਾ ਤਾਂ ਕਿ ਗੱਲ ਸਮਝ ਪੈ ਜਾਏ। ਇਹ ਬੜੀ ਵੱਡੀ ਸਾਡੇ 'ਤੇ ਬਖਸ਼ਿਸ਼ ਹੈ। ਦੁਨੀਆ ਦੇ ਅੰਦਰ ਜਿਹੜੀ ਚੀਜ਼ ਜਿਹਦੀ ਬਣੀ ਹੁੰਦੀ ਹੈ ਉਹਦੀ ਰਿਪੇਅਰ ਵੀ ਉਹਦੇ ਨਾਲ ਹੀ ਹੁੰਦੀ ਹੈ। ਮੰਨ ਲਓ ਹੁਣ ਲੋਹਾ ਜਦੋਂ ਟੁੱਟ ਜਾਂਦਾ ਹੈ ਕਿਤੇ, ਉਹਦਾ ਜੋੜ ਵੀ ਮੁੜ ਕੇ ਲੋਹੇ ਨਾਲ ਹੀ ਬਿਲਡਿੰਗ ਕਰਨ ਵਾਲਾ ਪਾਉਂਦਾ ਹੈ। ਸੋਨਾ ਟੁੱਟ ਜਾਂਦਾ ਹੈ ਤੇ ਉਹਦਾ ਮੁੜ ਕੇ ਜੋੜ ਵੀ ਮੁੜ ਕੇ ਅੱਗ ਦੁਆਰਾ ਸੋਨੇ ਦੁਆਰਾ ਹੀ ਪਾਇਆ ਜਾਂਦਾ ਹੈ। ਨਵਾਂ ਲਿਆਂਦਾ ਹੋਵੇ ਮਹਿੰਗਾ ਕੱਪੜਾ ਫਟ ਜਾਏ, ਨਵਾਂ ਆਉਂਦਿਆਂ ਹੀ ਉਸੇ ਕੱਪੜੇ 'ਚੋਂ ਹੀ ਕੱਪੜਾ ਲੈ ਕੇ ਰਫੂ ਕੀਤਾ ਜਾਂਦਾ ਤਾਂ ਕਿ ਵੇਖਣ ਵਾਲੇ ਨੂੰ ਪਤਾ ਨਾ ਲੱਗੇ ਵੀ ਇੱਥੋਂ ਕਦੀ ਕੱਪੜਾ ਫਟਿਆ ਸੀ। ਮਿੱਟੀ ਦੀ ਕੰਧ ਡਿੱਗ ਪਵੇ, ਉਹਨੂੰ ਲਿੰਬਿਆ ਪੋਚਿਆ ਵੀ ਮਿੱਟੀ ਨਾਲ ਹੀ ਜਾਂਦਾ ਹੈ। ਜੇ ਕੋਈ ਸੀਮਿੰਟ ਦੀ ਬਣੀ ਕੰਧ ਜਦੋਂ ਢਹਿੰਦੀ ਹੈ ਜਾਂ ਡਿੱਗਦੀ ਹੈ, ਉਹਦੀ ਰਿਪੇਅਰ ਵੀ ਮੁੜ ਕੇ ਸੀਮਿੰਟ ਨਾਲ ਹੀ ਕੀਤੀ ਜਾਂਦੀ ਹੈ। ਸੀਮਿੰਟ ਦੀ ਕੰਧ ਦੀ ਰਿਪੇਅਰ ਮਿੱਟੀ ਨਾਲ ਨਹੀਂ ਹੋਣੀ, ਤੇ ਮਿੱਟੀ ਨਾਲ ਡਿੱਗੀ ਹੋਈ ਕੰਧ, ਜਿਹੜੀ ਮਿੱਟੀ ਦੀ ਬਣੀ ਹੋਈ ਕੰਧ ਹੈ, ਉਹਦੀ ਰਿਪੇਅਰ ਸੀਮਿੰਟ ਨਾਲ ਨਹੀਂ ਹੋਣੀ। ਯਾਨੀ ਕਿ ਜਿਹ ਤੋਂ ਚੀਜ਼ ਬਣੀ ਹੈ ਉਹਦੀ ਰਿਪੇਅਰ ਵੀ ਉਹਦੇ ਨਾਲ ਹੀ ਕੀਤੀ ਜਾਣੀ ਹੈ। ਹੁਣ ਮਨ ਸ਼ਬਦ ਹੈ, ਇਹਦੀ ਰਿਪੇਅਰ ਵੀ ਸ਼ਬਦ ਨਾਲ ਹੀ ਹੋਣੀ ਹੈ। ਜਿੰਨਿਆਂ ਥਾਵਾਂ 'ਤੇ ਮਰਜ਼ੀ ਬੰਦਾ ਭੱਜਾ ਫਿਰੇ, ਤਾਂ ਬਾਣੀ 'ਚ ਆਖਿਆ ਸੀ ਗੁਰ ਕੈ ਸ਼ਬਦ ਬਣਾਵੋ ਇਹ ਮਨ। ਗੁਰੂ ਦੇ ਸ਼ਬਦ ਦੁਆਰਾ ਮਨ ਘੜਿਆ ਜਾਣਾ ਹੈ, ਮਨ ਬਣਾਉਣਾ ਹੈ। ਤਾਂ ਹੀ ਤੁਸੀਂ ਵੇਖ ਲਓ ਇਨਸਾਨ ਆਪਣੀ ਜ਼ਿੰਦਗੀ 'ਚ ਕਮਾਈ ਕਰਕੇ ਤੁਹਾਨੂੰ ਸੁੱਖ ਦੇਣ ਵਾਲੇ ਸਾਧਨ ਸਮੇਂ ਸਮੇਂ 'ਤੇ ਪੈਦਾ ਕਰ ਲੈਂਦਾ ਹੈ, ਪਰ ਮਨ ਫਿਰ ਵੀ ਕਿਉਂ ਬੇਚੈਨ ਰਹਿੰਦਾ ਹੈ? ਕਿਉਂਕਿ ਮਨ ਬਾਰੇ ਦੀ ਸਟੱਡੀ ਨਹੀਂ। ਗੁਰਬਾਣੀ 'ਚ ਕਿਹੜੇ ਪਿਆਰੇ ਵਾਕ ਨੇ, ਜਿਉ ਮੰਦਰ ਕੋ ਥਾਮੇ ਥੰਮਣ। ਸਾਰੇ ਬੋਲੋ, ਜਿਉ ਮੰਦਰ ਕੋ ਤਿਉ ਗੁਰ ਕਾ ਸ਼ਬਦ ਮਨੇ ਅਸਥੰਮਣ। ਹੁਣ ਉੱਥੇ ਵੀ ਸ਼ਬਦ ਦੀ ਗੱਲ ਕੀਤੀ ਗੁਰੂ ਸਾਹਿਬ ਜੀ ਨੇ, ਇਹੋ ਵਜ੍ਹਾ ਸੀ। ਹੁਣ ਭਗਤ ਫਰੀਦ ਜੀ ਜਿਨ੍ਹਾਂ ਦੇ ਅੱਜ ਆਪਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੋ ਕੇ ਬੈਠੇ ਹਾਂ, 1175 ਈਸਵੀ ਦੇ ਵਿੱਚ, ਕਿਤੇ 73 ਵੀ ਲਿਖਿਆ ਮਿਲਦਾ ਹੈ, ਪਰ ਬਹੁਤ ਵਿਦਵਾਨਾਂ ਦਾ ਮਤ ਇੱਥੇ ਆਣ ਕੇ ਟਿਕਦਾ ਹੈ ਕਿ 1175 ਈਸਵੀ ਦੇ ਵਿੱਚ ਉਹਨਾਂ ਦਾ ਪ੍ਰਕਾਸ਼ ਹੁੰਦਾ ਹੈ ਤੇ 1265 ਦੇ ਵਿੱਚ ਉਹ ਅਕਾਲ ਚਲਾਣਾ ਕਰ ਜਾਂਦੇ ਨੇ। ਉਹਨਾਂ ਦੀ ਪੂਰੀ ਉਮਰ 90 ਕੁ ਸਾਲ ਦੇ ਕਰੀਬ ਬਣਦੀ ਹੈ। ਹੁਣ ਜਿੰਨਿਆਂ ਭਗਤਾਂ ਦੀ, ਜਿੰਨਿਆਂ ਸਿੱਖਾਂ ਦੀ, ਗੁਰੂ ਸਾਹਿਬਾਨਾਂ ਦੀ ਗੁਰੂ ਗ੍ਰੰਥ ਸਾਹਿਬ 'ਚ ਬਾਣੀ ਹੈ ਨਾ, ਸਾਰਿਆਂ ਨਾਲੋਂ ਪਹਿਲਾਂ ਬਾਬਾ ਫਰੀਦ ਜੀ ਹੋਏ ਨੇ। ਜੇ ਆਪਾਂ ਸਮੇਂ ਦੀ ਵੰਡ ਵੀ ਕਰੀਏ ਤੇ ਕਮਾਲ ਦੀ ਗੱਲ ਤੁਸੀਂ ਵੇਖੋ ਕਿ ਉਸ ਸਮੇਂ ਵਿੱਚ ਪੈਦਾ ਹੋ ਕੇ ਉਹਨਾਂ ਦੇ ਸ਼ਬਦ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ, ਤੁਹਾਡੇ 'ਚੋਂ ਜਿਹੜੀਆਂ ਮੇਰੀਆਂ ਭੈਣਾਂ ਜਾਂ ਵੀਰ ਗੁਰਬਾਣੀ ਖੁਦ ਪੜ੍ਹਦੇ ਹੋਣਗੇ,
ਜਦੋਂ ਅਸੀਂ ਭਗਤਾਂ ਦੀ ਬਾਣੀ ਦੇ ਸ਼ਬਦਾਂ ਦੀ ਗਿਣਤੀ ਕਰਦੇ ਹਾਂ ਤਾਂ ਭਗਤ ਫਰੀਦ ਜੀ ਦੇ 4 ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, 2 ਆਸਾ ਰਾਗ ਵਿੱਚ, 2 ਸੂਹੀ ਰਾਗ ਵਿੱਚ। ਉਹਨਾਂ ਵਿੱਚੋਂ ਇੱਕ ਸ਼ਬਦ ਦਾ ਆਪਾਂ ਪਾਠ ਹੁਣੇ ਸੁਣਿਆ, ਬੋਲੇ ਸ਼ੇਖ ਫਰੀਦ ਪਿਆਰੇ ਅੱਲਾ ਲਗੇ। ਇਹ ਆਸਾ ਰਾਗ ਦਾ ਸ਼ਬਦ ਹੈ। 488 ਨੰਬਰ ਅੰਕ ਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਸ਼ਬਦ ਸੁਭਾਇਮਾਨ ਹੈ। ਇੱਕ ਆਸਾ ਰਾਗ ਦਾ ਹੀ ਦੂਜਾ ਸ਼ਬਦ ਜਿਹੜਾ ਆਪਾਂ ਆਮ ਪੜ੍ਹਦੇ ਹਾਂ, ਦਿਲੋਂ ਮੁਹੱਬਤ ਜਿਨ ਸਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਇਹ ਸ਼ਬਦ ਵੀ ਆਸਾ ਰਾਗ ਦੇ ਵਿੱਚ ਹੈ। ਤਪ ਤਪ ਲੋ ਲੋ ਹਾਥ ਮਰੋਰੋਂ, ਇਹ ਸ਼ਬਦ ਸੂਹੀ ਰਾਗ ਦੇ ਵਿੱਚ ਹੈ। ਹੁਣ ਜਦੋਂ ਅਸੀਂ ਭਗਤ ਫਰੀਦ ਜੀ ਦੇ ਪਾਵਨ ਬਚਨਾਂ ਨੂੰ ਪੜ੍ਹਨ ਦਾ ਯਤਨ ਕਰਦੇ ਹਾਂ ਤਾਂ 112 ਸ਼ਲੋਕ ਨੇ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਜੀ। 112 ਸ਼ਲੋਕ ਜਿਹੜੇ ਆਪਾਂ ਅਖੀਰ ਤੇ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਜਦੋਂ ਸ਼ਲੋਕਾਂ ਦਾ ਪਾਠ ਕਰਦੇ ਹਾਂ, ਬਾਬੇ ਫਰੀਦ ਜੀ ਦੇ, ਭਗਤ ਕਬੀਰ ਜੀ ਦੇ ਸ਼ਲੋਕਾਂ ਦਾ ਪਾਠ ਕਰਦੇ ਹਾਂ, 112 ਸ਼ਲੋਕ ਨੇ। ਤੇ ਇੱਕ ਸਭ ਤੋਂ ਵੱਡੀ ਜਿਹੜੀ ਖਾਸ ਬਾਤ ਹੈ, ਜਿਹੜੇ ਤੁਹਾਡੇ ਚੋਂ ਬਾਣੀ ਪੜ੍ਹਨ ਵਾਲੇ, ਵਿਚਾਰਨ ਵਾਲੇ ਗੁਰੂ ਕੇ ਪਿਆਰੇ ਸਰੋਤੇ ਬੈਠੇ ਨੇ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਦੋਂ ਭਗਤ ਫਰੀਦ ਜੀ ਦੇ ਸ਼ਲੋਕ ਨੇ, ਉਹਨਾਂ ਸ਼ਲੋਕਾਂ ਨਾਲ ਕਿਤੇ ਗੁਰੂਆਂ ਦੇ ਸ਼ਲੋਕ ਵੀ ਅੰਕਿਤ ਨੇ। ਉਹ ਬਾਬੇ ਫਰੀਦ ਜੀ ਦੇ ਸ਼ਲੋਕਾਂ ਨਾਲ ਵੀ ਹੈਗੇ ਆ ਤੇ ਭਗਤ ਕਬੀਰ ਜੀ ਦੇ ਸ਼ਲੋਕਾਂ ਜਾਂ ਸ਼ਬਦਾਂ ਨਾਲ ਵੀ ਅੱਗੇ ਐਡ ਕੀਤੇ ਹੋਏ ਨੇ। ਇਹਦਾ ਮਤਲਬ ਇਹ ਨਹੀਂ ਵੀ ਉਹਨਾਂ ਦੇ ਸ਼ਲੋਕ ਜਾਂ ਸ਼ਬਦ ਕਿਤੇ ਅਧੂਰੇ ਨੇ, ਉਹਨਾਂ ਸ਼ਬਦਾਂ ਦੀ ਅੱਗੇ ਵਿਆਖਿਆ ਕੀਤੀ ਹੈ ਨਾਲ ਗੁਰੂ ਸਾਹਿਬ ਜੀ ਨੇ। ਇਹ ਸਾਰੀ ਸੇਵਾ ਗੁਰੂ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਕੋਲੋਂ ਕਰਵਾਈ ਸੀ। ਜਿਹੜੀ ਆ ਬਾਣੀ ਦੀ ਤਰਤੀਬ ਆਪਾਂ ਵੇਖਦੇ ਹਾਂ, ਵਾਰਾਂ ਵੇਖਦੇ ਹਾਂ, ਉਹਨਾਂ ਵਾਰਾਂ ਦੇ ਵਿੱਚ ਪੌੜੀਆਂ ਨਾਲ ਸ਼ਲੋਕ ਵੇਖਦੇ ਹਾਂ, ਇਹ ਸਾਰੀ ਸੇਵਾ ਅੱਛਾ ਕਿਹੜੇ ਕਿਹੜੇ ਭਗਤ ਦੀ ਕਿੱਥੇ ਬਾਣੀ ਦਰਜ ਹੋਣੀ ਸੀ, ਇਹ ਸਾਰੀ ਜ਼ਿੰਮੇਵਾਰੀ ਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਆਪ ਨਿਭਾਈ ਹੈ। ਇਹ ਮਾਮੂਲੀ ਕੰਮ ਨਹੀਂ। ਹੁਣ ਤਾਂ ਅੱਜ ਕੱਲ੍ਹ ਸਾਡੇ ਕੋਲ ਲੈਪਟਾਪ ਹੈਗੇ ਨੇ, ਆਈਪੈਡ ਹੈ, ਕੰਪਿਊਟਰ ਹੈ ਸਾਡੇ ਕੋਲ, ਮੋਬਾਈਲ ਸਾਡੇ ਕੋਲ ਨੇ। ਕਦੀ ਸਮਾਂ ਹੁੰਦਾ ਸੀ, ਵੱਡੀ ਉਮਰ ਦੇ ਵੀਰਾਂ ਨੂੰ ਪਤਾ ਹੋਣਾ, ਬਜ਼ੁਰਗਾਂ ਨੂੰ, ਕਦੀ ਚਿੱਠੀ ਲਿਖੀ ਜਾਂਦੀ ਸੀ, ਆਪਣਾ ਪੁੱਤ ਵਿਦੇਸ਼ ਹੋਣਾ ਜਾਂ ਕੋਈ ਪੁੱਤਰ ਧੀ ਆਰਮੀ ਦੇ ਵਿੱਚ ਕੋਈ ਜੌਬ ਕਰਦਾ ਹੋਣਾ ਤੇ ਉਹਨੂੰ ਘਰੋਂ ਖਤ ਲਿਖਣਾ, ਅੱਗੇ ਉਹਨੇ ਵੀ ਚਿੱਠੀ ਦਾ ਜਵਾਬ ਦੇਣਾ। ਫਿਰ ਤੇ ਕਈ ਵਾਰੀ ਇਹ ਵੀ ਸਮਾਂ ਰਿਹਾ ਵੀ ਉਹ ਚਿੱਠੀ ਇੱਕ ਜਿਹੜੀ ਘਰ ਦੇ ਹਾਲਾਤ ਲਿਖਣੇ ਨੇ ਵੀ ਲਿਖ ਤੁਮ, ਇਹ ਵੀ ਸ਼ਬਦਾਵਲੀ ਹੁੰਦੀ ਸੀ, ਲਿਖ ਤੁਮ, ਆਪਣੇ ਵੱਲੋਂ ਅੱਗੇ ਲਿਖਣਾ ਵੀ ਅੱਗੇ ਮਿਲੇ ਪਿਆਰੇ, ਜਿਹਨੂੰ ਸੰਬੋਧਨ ਕਰਕੇ ਲਿਖਣੀ ਹੈ। ਤੇ ਉਹ ਇੱਕ ਚਿੱਠੀ ਲਿਖਣ ਲੱਗਿਆਂ ਵੀ ਕਈ ਵਾਰੀ 2-2 3-3 ਦਿਨ ਲੱਗ ਜਾਂਦੇ ਸੀ। ਤੇ ਲਿਖਣੇ ਘਰ ਦੇ ਹਾਲਾਤ ਹੀ ਹੁੰਦੇ ਸੀ ਵੀ ਅਸੀਂ ਸਾਰੇ ਇੱਥੇ ਠੀਕ ਠਾਕ ਆ। ਤੇ ਸੋਚ ਕੇ ਵੇਖੋ ਜਿਨ੍ਹਾਂ ਨੇ ਸ਼ਬਦ ਬਾਣੀ ਲਿਖੀ ਹੈ, ਸ਼ਬਦ ਬਾਣੀ ਉਚਾਰਨ ਕੀਤੀ ਆ, ਕਿਹੜੇ ਕਿਹੜੇ ਕਮਾਲ ਦੇ ਉਹਨਾਂ ਦੇ ਅੰਦਰ ਖਿਆਲ ਆਏ ਹੋਣਗੇ। ਅੱਜ ਤਾਂ ਸਾਇੰਸ ਵਿਗਿਆਨ ਨੇ ਕਿੰਨੀਆਂ ਕਾਢਾਂ ਕੱਢ ਲਈਆਂ ਨੇ, ਕਿੰਨੀ ਸਟੱਡੀ ਹੋ ਚੁੱਕੀ ਹੈ, ਬਹੁਤ ਕੁਝ ਬੰਦੇ ਨੇ ਆਪਣੇ ਹੱਥੀਂ ਵੇਖ ਲਿਆ। ਸਿਰ ਨਹੀਂ ਝੁਕਦਾ ਉਹਨਾਂ ਮਹਾਂਪੁਰਖਾਂ ਦੇ ਚਰਨਾਂ 'ਚ ਜਿਨ੍ਹਾਂ ਨੇ ਇਹ ਸ਼ਬਦ ਸਾਡੀ ਝੋਲੀ ਵਿੱਚ ਪਾਏ ਵੀ ਕਾਇਓ ਦੇਵਾ, ਕਾਇਓ ਦੇਵਲ, ਕਾਇਓ ਜੰਗਮ ਜਾਤੀ, ਕਾਇਓ ਧੂਪ ਦੀਪ ਨਹੀਂ ਬੇਦਾ, ਕਾਇਓ ਪੂਜੋ ਪਾਤੀ, ਨਾ ਕਸ਼ ਆਇਬੋ ਨਾ ਕਸ਼ ਜਾਇਬੋ, ਰਾਮ ਕੀ ਦੁਹਾਈ। ਜਿਨ੍ਹਾਂ ਕਹਤਾ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਜਿੰਨੀ ਤਾਕਤ ਪੂਰੇ ਬ੍ਰਹਮੰਡ ਵਿੱਚ ਆ, ਉਨੀ ਤਾਕਤ ਬੰਦੇ ਜਿਹੜਾ ਜਿਸਮ ਲੈ ਕੇ ਤੁਰਿਆ ਫਿਰਦਾ ਹੈ ਨਾ, ਤੇ ਜਿਸਮ ਦੇ ਵਿੱਚ ਸਭ ਤੋਂ ਉੱਤੇ ਜਿਹੜਾ ਆ ਗਰਦਨ ਤੋਂ ਉੱਪਰਲੇ ਬੰਨੇ ਜਿਹਨੂੰ ਅਸੀਂ ਸਿਰ ਕਹਿੰਦੇ ਆ, ਬ੍ਰੇਨ ਕਹਿੰਦੇ, ਦਿਮਾਗ ਕਹਿੰਦੇ ਆ, ਇਹਦੇ ਵਿੱਚ ਏਡੀ ਵੱਡੀ ਤਾਕਤ ਹੈ। ਇੰਨਾ ਕੁਝ ਹੈ ਜਿਹੜਾ ਬੰਦੇ ਨੇ ਇਸ ਦਿਮਾਗ ਦੇ ਰਾਹੀਂ ਪੈਦਾ ਕੀਤਾ ਤੇ ਕੱਢਿਆ। ਜਿੰਨੀਆਂ ਬਾਹਰ ਦੀਆਂ ਸੁੱਖ ਸਹੂਲਤਾਂ ਨੇ ਕਿੱਥੋਂ ਆਈਆਂ ਨੇ? ਇਹ ਸਾਰੀ ਬੰਦੇ ਦੇ ਦਿਮਾਗ ਦੀ, ਬੋਲੋ ਜੀ, ਕਾਢ। ਪਰ ਇੱਥੇ ਪ੍ਰੋਬਲਮ ਆ ਗਈ ਵੀ ਜਿੰਨਾ ਜ਼ੋਰ ਇਹਨੇ ਬਾਹਰ ਨੂੰ ਲਾਇਆ, ਉਹਦੇ ਵਿੱਚੋਂ 5-7% ਵੀ ਆਪਣੇ ਅੰਦਰ ਨੂੰ ਜ਼ੋਰ ਲਾਇਆ ਹੁੰਦਾ ਤੇ ਇਹ ਪਰੇਸ਼ਾਨੀਆਂ ਤੋਂ ਕਾਫੀ ਹੱਦ ਤੱਕ ਮੁਕਤ ਹੋ ਸਕਦਾ ਸੀ। ਇਹਦੇ ਨਾਲ ਭੱਜ ਦੌੜ ਕੀਤੀ, ਬੰਦੇ ਨੇ ਬਹੁਤ ਕੁਝ ਕੀਤਾ। ਹੁਣ ਭਗਤ ਫਰੀਦ ਜੀ ਦੇ ਆਪਾਂ ਪਾਵਨ ਸ਼ਬਦ ਨੂੰ ਬੜੇ ਪਿਆਰ ਨਾਲ ਪੜ੍ਹਿਆ ਤੇ ਇੱਕ ਗੱਲ ਕਮਾਲ ਦੀ ਗੱਲ, ਭਗਤ ਫਰੀਦ ਜੀ ਦੇ ਬਹੁਤ ਸ਼ਲੋਕ ਪੰਜਾਬੀ ਵਿੱਚ, ਇਹਦਾ ਮਤਲਬ ਪੰਜਾਬੀ ਕੋ ਕੱਲ ਦੀ ਭਾਸ਼ਾ ਨਹੀਂ ਹੈ। ਮੈਂ ਭੁਲਾਵਾ ਪੱਗ ਦਾ, ਮਤ ਮੈਲੀ ਹੋਏ ਜਾਏ। ਉਹਨਾਂ ਦੇ ਸ਼ਬਦਾਂ ਵਿੱਚੋਂ ਇਸ ਗੱਲ ਦੀ ਪ੍ਰੋੜਤਾ ਮਿਲਦੀ ਹੈ, ਦ੍ਰਿੜਤਾ ਮਿਲਦੀ ਵੀ ਇਹਦਾ ਮਤਲਬ ਪੰਜਾਬੀ। ਤੇ ਅੱਜ ਮੇਰੇ ਖਿਆਲ ਸਾਡੇ ਸਮਾਜ ਵਿੱਚ ਪੰਜਾਬੀ ਬੋਲਣ ਲੱਗਿਆਂ ਪਰਿਵਾਰਾਂ 'ਚ ਕਈਆਂ ਨੂੰ ਸ਼ਰਮ ਮਹਿਸੂਸ ਹੁੰਦੀ ਹੈ। ਉਹ ਸੋਚਦੇ ਵੀ ਪੰਜਾਬੀ ਤਾਂ ਸਾਡੀ ਭਾਸ਼ਾ ਹੀ ਨਹੀਂ। ਇਸ ਗੱਲੋਂ ਤੁਹਾਡੇ 'ਚੋਂ ਜੇ ਕੋਈ ਪਾਕਿਸਤਾਨ ਗਿਆ ਹੋਵੇ, ਉਹਨਾਂ ਨੂੰ ਕੋਈ ਸੰਗ ਨਹੀਂ, ਉਹ ਠੇਠ ਪੰਜਾਬੀ ਦੇ ਸ਼ਬਦ ਅਜੇ ਸਾਂਭ ਕੇ ਬੈਠੇ ਹੋਏ ਨੇ। ਤੇ ਕਮਾਲ ਦੀ ਗੱਲ ਤੁਸੀਂ ਵੇਖੋ, ਉਹਨਾਂ ਨੇ ਸਾਈਨ ਬੋਰਡ ਵੀ ਪੰਜਾਬੀ 'ਚ ਲਾਏ ਨੇ। ਜਿਹੜੇ ਤੁਹਾਡੇ 'ਚੋਂ ਜੇ ਕੋਈ ਪਰਿਵਾਰ ਉੱਥੇ ਗਿਆ ਹੋਏਗਾ, ਪਤਾ ਹੋਏਗਾ, ਤੁਸੀਂ ਨਨਕਾਣਾ ਸਾਹਿਬ ਜਾਣਾ ਹੈ, ਤੁਸੀਂ ਕਰਤਾਰਪੁਰ ਸਾਹਿਬ ਜਾਣਾ, ਤੁਸੀਂ ਜਿਹੜੇ ਗੁਰਦੁਆਰੇ ਵੀ ਜਾਣਾ, ਉਹਨਾਂ ਨੇ ਉੱਥੇ ਸਾਈਨ ਬੋਰਡ ਜਿਹੜੇ ਰੋਡ ਦੇ ਆ, ਉਹ
ਪੰਜਾਬੀ 'ਚ ਲਿਖ ਕੇ ਲਾਏ ਹੋਏ ਨੇ। ਮਤਲਬ ਉਹ ਇੰਨਾ ਪੰਜਾਬੀ ਨੂੰ ਪਿਆਰ ਕਰਦੇ ਆ ਅਤੇ ਉਹ ਪੰਜਾਬੀ ਬੋਲਣ 'ਚ ਉਹਨਾਂ ਨੂੰ ਕੋਈ ਸੰਗ ਨਹੀਂ, ਉਹਨਾਂ ਨੂੰ ਮਾਣ ਵਾ ਕਿ ਅਸੀਂ ਪੰਜਾਬੀ ਸਾਡੀ ਆਪਣੀ ਭਾਸ਼ਾ ਹੈ। ਪਰ ਇਹ ਗੱਲ ਸਾਨੂੰ ਆਪਣੇ ਪਰਿਵਾਰਾਂ 'ਚ ਬੀਜਣ ਦੀ ਜ਼ਰੂਰਤ ਹੈ ਕਿ ਆਪਣੀ ਬੋਲੀ ਤੁਸੀਂ ਆਪਣੇ ਘਰ ਤੋਂ ਬਾਹਰ, ਆਪਣੇ ਬਿਜ਼ਨਸ ਵਿੱਚ, ਆਪਣੇ ਵਪਾਰ 'ਚ, ਆਪਣੇ ਧੰਦੇ, ਜਿਹੜੀ ਮਰਜ਼ੀ ਲੈਂਗੁਏਜ ਬੋਲੋ, ਇੱਥੇ ਕੋਈ ਪਾਬੰਦੀ ਨਹੀਂ। ਸਾਨੂੰ ਬੋਲਣੀ ਚਾਹੀਦੀ ਹੈ ਕਿਉਂਕਿ ਤੁਹਾਡਾ ਧੰਦਾ, ਤੁਹਾਡਾ ਬਿਜ਼ਨਸ ਤੁਹਾਡਾ ਜਿੱਥੇ ਜੁੜਿਆ, ਪਰ ਸਾਨੂੰ ਆਪਣੇ ਘਰ ਦੀ ਚਾਰ ਦੀਵਾਰੀ 'ਚ ਸਾਨੂੰ ਆਪਣੀ ਭਾਸ਼ਾ ਬੋਲਣ ਵਾਸਤੇ ਕੋਈ ਮਜਬੂਰ ਨਹੀਂ ਨਾ ਕਰਦਾ। ਜੇ ਇੱਥੋਂ ਦੇ ਪੈਦਾ ਹੋਇਆ ਪੁੱਤਰ ਮਾਂ ਦੇ ਨਾਲ ਵੀ ਪੰਜਾਬੀ 'ਚ ਗੱਲ ਨਾ ਕਰੇ ਤੇ ਕਿਹਦਾ ਕਸੂਰ ਮੰਨੋਗੇ ਜੀ ਤੁਸੀਂ? ਕਿਸੇ ਬਾਹਰਲੇ ਦਾ ਕਸੂਰ ਤੇ ਮੰਨਿਆ ਨਹੀਂ ਜਾਏਗਾ। ਇਹਦਾ ਮਤਲਬ ਮੈਂ ਇਹਦੀ ਜ਼ਰੂਰਤ ਆਪਣੀ ਜ਼ਿੰਦਗੀ 'ਚ, ਬੋਲੋ ਜੀ, ਨਹੀਂ ਸਮਝੀ ਗੱਲ। ਆ ਇੱਥੇ ਹੈ ਗੱਲ ਬੀਜਦੀ ਹੈ। ਮੈਂ ਕਹਿੰਦਾ ਸਿੱਖੀ ਵਿਚਾਰਧਾਰਾ ਦੀ ਗੱਲ ਤੇ ਬਹੁਤ ਦੂਰ ਦੀ ਹੈ, ਜਿਹਦੀ ਸੋਚ ਬਚਾਉਣ ਦੀ ਜ਼ਰੂਰਤ ਹੈ। ਜੀ ਸੋਚ ਵੀ ਬਚਾ ਲਈਏ ਨਾ ਤੇ ਬਹੁਤ ਵੱਡੀ ਗੱਲ ਹੈ। ਤੋਂ ਭਗਤ ਫਰੀਦ ਜੀ ਦੇ ਆਪਾਂ ਪਾਵਨ ਸ਼ਬਦ ਨੂੰ ਬੜੇ ਪਿਆਰ ਨਾਲ ਪੜ੍ਹਿਆ। ਭਗਤ ਫਰੀਦ ਜੀ ਕਹਿੰਦੇ ਨੇ, ਆਜ ਮਿਲਾਵਾ ਸ਼ੇਖ ਫਰੀਦ। ਅੱਜ ਦਾ ਅਰਥ ਹੈ ਜਿਵੇਂ ਆਪਾਂ ਅੱਜ ਕਹਿੰਦੇ ਹਾਂ, ਮੈਂ ਅੱਜ ਇੱਥੇ ਚੱਲਿਆ। ਅੱਜ ਦਾ ਅਸੀਂ ਉਹਨੂੰ ਕਹਿੰਦੇ ਜਿਹੜੇ ਦਿਨ 'ਚ ਆਪਾਂ ਲੰਘ ਰਹੇ ਹੋਈਏ, ਆਪਾਂ ਉਹਨੂੰ ਵੀ ਅੱਜ ਕਹਿੰਦੇ ਹਾਂ। ਆਪਾਂ ਇਹ ਤਾਂ ਨਹੀਂ ਕਹਿੰਦਾ ਵੀ ਕੱਲ੍ਹ ਨੂੰ ਅੱਜ ਕਵਾਂਗੇ। ਆਪਾਂ ਅੱਜ ਦਾ ਅਰਥ ਹੁੰਦਾ ਜਿਹੜੇ ਸਮੇਂ 'ਚ ਮੈਂ ਲੰਘ ਰਿਹਾ ਉਹਨੂੰ ਅਸੀਂ ਕੀ ਕਹਿੰਦੇ ਹਾਂ? ਅੱਜ ਮੈਂ ਉੱਥੇ ਚੱਲਿਆ ਵਾਂ। ਹੁਣ ਇੱਥੇ ਅੱਜ ਦਾ ਅਰਥ ਕੀ ਹੈ? ਵਰਤਮਾਨ, ਜਿੱਥੇ ਮੈਂ ਬੈਠਾ ਵਾਂ, ਜਿੱਥੇ ਮੈਂ ਹੈਗਾ ਵਾਂ। ਨਾ ਬੀਤ ਚੁੱਕੇ ਸਮੇਂ ਦੀ ਗੱਲ ਕੀਤੀ ਹੈ ਤੇ ਨਾ ਆਉਣ ਵਾਲੇ ਸਮੇਂ ਦੀ ਗੱਲ ਕੀਤੀ ਹੈ। ਕਹਿੰਦੇ ਆਜ, ਹੁਣ ਵਾਲਾ ਵਰਤਮਾਨ ਜਿਹਨੂੰ ਆਪਾਂ ਕਹਿੰਦੇ। ਕਹਿੰਦੇ ਆਜ ਮਿਲਾਵਾ, ਸਾਰੇ ਬੋਲੋ, ਆਜ ਮਿਲਾਵਾ ਸ਼ੇਖ ਫਰੀਦ। ਆ ਜਿਹੜਾ ਆਜ ਹੈ, ਅੱਜ ਹੈ, ਹੁਣ ਆ, ਇਹ ਸਮਾਂ ਹੇ ਸ਼ੇਖ ਫਰੀਦ ਪਰਮੇਸ਼ਰ ਨੂੰ, ਅੱਲਾ ਨੂੰ, ਵਾਹਿਗੁਰੂ ਨੂੰ ਪਾਉਣ ਲਈ ਮਿਲਿਆ। ਆਜ ਮਿਲਾਵਾ, ਸਾਰੇ ਬੋਲੋਗੇ ਸੌਖਾ ਸ਼ਬਦ ਸਮਝਾਂਗੇ ਆਪਾਂ। ਆਜ ਮਿਲਾਵਾ ਸ਼ੇਖ ਫਰੀਦ। ਆਜ ਮਿਲਾਵਾ ਦਾ ਅਰਥ ਹੈ ਆ ਜਿਹੜਾ ਸਮਾਂ ਹੈ ਇਹ ਸਾਨੂੰ ਉਸ ਅੱਲਾ ਨੂੰ, ਉਹਨੂੰ ਅੱਲਾ ਕਹਿ ਲਓ, ਉਹਨੂੰ ਵਾਹਿਗੁਰੂ ਕਹਿ ਲਓ, ਉਹਨੂੰ ਰਾਮ ਕਹਿ ਲਓ, ਉਹਨੂੰ ਗੋਬਿੰਦ ਕਹਿ ਲਓ, ਉਹਨੂੰ ਦਮੋਦਰ ਕਹਿ ਲਓ, ਉਹਨੂੰ ਜਿਹੜੇ ਸ਼ਬਦ ਮਰਜ਼ੀ ਨਾਲ ਯਾਦ ਕਰ ਲਓ। ਇਹਨਾਂ ਨਾਵਾਂ ਦੇ ਚੱਕਰਾਂ 'ਚ ਨਹੀਂ ਪੈਣਾ। ਇਹ ਤਾਂ ਸੇਮ ਇੱਦਾਂ ਦੀ ਕਹਾਣੀ ਹੈ। ਕੋਈ ਬੰਦਾ ਪਾਣੀ ਉੱਤੇ ਲੜਾਈ ਕਰ ਰਿਹਾ ਸੀ। ਉਹ ਆਂਦਾ ਸੀ ਇਹ ਜਲ ਹੈ, ਦੂਜਾ ਕਹਿੰਦਾ ਵਾਟਰ ਹੈ, ਤੀਜਾ ਕਹਿੰਦਾ ਤੋਇੰਗ ਹੈ। ਹੁਣ ਤੁਸੀਂ ਇੱਕ ਪਾਣੀ ਦੇ ਜਿੰਨੇ ਮਰਜ਼ੀ ਨਾਮ ਰੱਖ ਲਓ ਤੇ ਜਿੱਦ ਕਰੋ ਜੀ ਇਹ ਇਹਦਾ ਨਾਂ ਹੈ। ਸਿਆਣਾ ਪਾਸਿਓਂ ਬਜ਼ੁਰਗ ਆਇਆ ਤਜਰਬੇਕਾਰਾਂ ਦਾ, ਕਮਲਿਓ ਲੜੋ ਨਾ, ਇਹਨੂੰ ਮੂੰਹ ਨਾਲ ਲਾ ਕੇ ਪੀ ਲਓ। ਇਹਨੇ ਅੰਦਰ ਜਾ ਕੇ ਕੰਮ ਸਾਰਿਆਂ ਦੇ ਇੱਕੋ ਜਿਹਾ ਕਰਨਾ। ਨਾਵਾਂ ਦੇ ਚੱਕਰਾਂ ਵਿੱਚ ਨਾ ਪਾਓ। ਇੱਥੇ ਲੜਾਈਆਂ ਹੋਈਆਂ, ਕਤਲੋਗਾਰਤ ਹੋਈ। ਉਹਨੇ ਕੱਟ ਵੱਢ ਪੋਲੀਟੀਕਲ ਲੋਕਾਂ ਨੇ ਨਹੀਂ ਕੀਤੀ ਹੋਣੀ ਜਿਤਨੀ ਕਤਲੋਗਾਰਤ ਧਰਮ ਦੇ ਨਾਂ 'ਤੇ ਕੀਤੀ ਗਈ। ਕਿ ਜੋ ਅਸੀਂ ਕਹਿੰਦੇ ਰੱਬ ਦਾ ਨਾਮ ਵੱਡਾ ਹੈ, ਜਿਹੜਾ ਤੁਸੀਂ ਰੱਖਿਆ ਉਹ ਰੱਬ ਦਾ ਨਾਮ ਛੋਟਾ ਹੈ। ਅਸੀਂ ਕਹਿੰਦੇ ਹਾਂ ਇਹ ਜਿਹੜਾ ਰੱਬ ਦਾ ਨਾਮ ਵੱਡਾ ਹੈ, ਤੁਹਾਨੂੰ ਇਹ ਲਓਗੇ ਤੇ ਛੁਟਕਾਰਾ ਹੋਣਾ। ਤੇ ਇੰਨਾ ਕੱਟ ਵੱਢ, ਇੰਨੀ ਕਤਲੋਗਾਰਤ ਪੋਲੀਟੀਕਲ ਲੋਕਾਂ ਨੇ ਨਹੀਂ ਕੀਤੀ ਹੋਣੀ ਦੁਨੀਆ ਦੇ ਅੰਦਰ ਜਿੰਨੀ ਧਰਮਾਂ ਦੇ ਨਾਂ 'ਤੇ ਕੱਟ ਵੱਢ ਕੀਤੀ ਗਈ। ਇਹ ਹਿਸਟਰੀ ਹੈ ਸਮਾਜ ਦੀ, ਦੁਨੀਆ ਦੇ ਸਾਹਮਣੇ ਬੋਲਦੀ ਹੈ। ਪਰ ਕਮਾਲ ਦੀ ਗੱਲ ਤੁਸੀਂ ਵੇਖੋ, ਨਾਂ ਵੱਖਰੇ ਵੱਖਰੇ ਰੱਖੇ ਗਏ। ਪਰ ਪਾਤਸ਼ਾਹ ਨੇ ਬਾਣੀ, ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਕਿੰਨੇ ਨਾਮ ਨੇ। ਹੁਣ ਭਗਤ ਨਾਮਦੇਵ ਦੇ ਸ਼ਬਦ ਪੜ੍ਹ ਲਓ। ਕਹਿੰਦੇ ਈਬੇ ਬੀਠਲ, ਊਬੇ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਉੱਥੇ ਉਹ ਬੀਠਲ ਕਿਹਨੂੰ ਕਹਿ ਰਿਹਾ? ਪਰਮੇਸ਼ਰ ਨੂੰ। ਕਹਿੰਦੇ ਉਹ ਤੋਂ ਬਿਨਾਂ ਤੇ ਹੈ ਹੀ ਕੱਖ ਨਹੀਂ। ਕਿਤੇ ਆਖਿਆ ਸਭੇ ਘਟ ਰਾਮ ਬੋਲੇ, ਉੱਥੇ ਰਾਮ ਕਹਿਤਾ। ਉਹ ਕਹਿੰਦੇ ਲੈ ਤੂੰ ਤੇ ਬੀਠਲ ਕਹਿਤਾ, ਤੇਰੀ ਤੇ ਬਾਣੀ ਅਸੀਂ ਦਰਜ ਕਰਨੀ ਨਹੀਂ। ਇੱਥੇ ਭਗਤ ਫਰੀਦ ਜੀ ਕਹਿੰਦੇ ਆ ਬੋਲੇ ਸ਼ੇਖ ਫਰੀਦ ਪਿਆਰੇ ਅੱਲਾ ਲੱਗੇ। ਕਹਿੰਦੇ ਲੈ ਤੂੰ ਅੱਲਾ ਕਹਿਤਾ, ਤੇਰੀ ਵਿਚਾਰ ਤੇ ਸਾਡੇ ਨਾਲ ਮਿਲਦੀ ਕੋਈ ਨਹੀਂ। ਤੈਨੂੰ ਤੇਰੇ ਕਿੱਦਾਂ ਵਿਚਾਰ ਅਸੀਂ ਅੰਕਿਤ ਕਰ ਲਈਏ? ਹੁਣ ਇੱਕ ਨੇ ਅੱਲਾ ਕਹਿਤਾ, ਇੱਕ ਨੇ ਰਾਮ ਕਹਿਤਾ, ਇੱਕ ਨੇ ਬੀਠਲ ਕਹਿਤਾ, ਇੱਕ ਨੇ ਰਮਈਆ ਕਹਿਤਾ। ਹੁਣ ਰਮਈਆ ਸ਼ਬਦ ਵੀ ਹੈਗਾ, ਰਮਈਆ ਕੇ ਗੁਣ ਚੇਤ ਪ੍ਰਾਣੀ, ਕਵਣ ਮੂਲ ਤੇ ਕੌਣ ਦ੍ਰਿਸ਼ਟਨ। ਸਭ ਗੋਬਿੰਦ ਹੈ। ਗੁਰੂ ਪੰਜਵੇਂ ਪਾਤਸ਼ਾਹ ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸੰਸ ਜੈਸੇ ਓਤ ਪੋਤ ਪ੍ਰਭ ਸੋਈ। ਹੁਣ ਕਿੰਨੇ ਪਿਆਰੇ ਸ਼ਬਦ ਆਪਾਂ ਬਾਣੀ 'ਚ ਪੜ੍ਹਦੇ ਹਾਂ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਮ ਕੋ ਸ਼ੀਪਰ ਹੋਇਓ ਲਖੀਣਾ। ਜਾਣੀ ਕਿ ਤੁਹਾਨੂੰ ਗੁਰਬਾਣੀ ਵਿੱਚ ਸੈਂਕੜੇ ਨਾਮ ਇੱਦਾਂ ਦੇ ਜਿਹੜੇ ਵੱਖਰੇ ਵੱਖਰੇ ਗੁਰੂ ਸਾਹਿਬ ਜੀ ਨੇ ਲਏ ਹੋਏ ਨੇ। ਪਰ ਗੱਲ ਤੇ ਸੱਚ ਦੀ ਕੀਤੀ ਹੈ ਨਾ। ਗੱਲ ਤੇ ਗੁਰੂ ਸਾਹਿਬ ਕੁਝ ਵਿਚਾਰਧਾਰਾ ਸਾਨੂੰ ਦੇ ਰਹੇ ਨੇ। ਹੁਣ ਇੱਥੇ ਸ਼ਬਦ ਵਰਤਿਆ, ਕਹਿੰਦੇ ਬੋਲੇ ਸ਼ੇਖ ਫਰੀਦ ਪਿਆਰੇ
अल्लाह लगे ए तन होशी खाक निमाणी गुर करे आज मिलावा। आड़ा मनुखा शरीर है, आ जिहड़ा तैनूं वर्तमान है, आड़ा तैनूं समा मिलिया, ये उस मालिक नूं मिलण वास्ते प्राप्त होया। आज मिलावा शेख फरीद। हुण सवाल पैदा हो गया भी जे मिलिया ही मैनूं उहनूं पाउण लई सी, फिर मिलिया क्यों नहीं? हुण तुसीं अपने घरों किसी बंदे नूं मिलण जाओ ते वापस मुड़ आओ तो तुहानूं घर दे पुछण भी तूं मिल के क्यों नहीं आया? कारण दसोगे ना भी जां ते तुहानूं जदों तुसीं गए सी ओह तुहाडे जांदे नूं घरों चला गया सी, जां दूजा कारण दसोगे भी मैं उहदे दरवाजे ते खलोता रहा, ओह मैनूं मिलना बोलो जी चाहुंदा ही नहीं सी। तुसीं कारण दसोगे ना कोई। मान लो तुसीं घरों तैयार हो के किसी बंदे नूं मिलण गए जी, फिर तुसीं वापस घर आ गए, घरदिआं पुछिआ हाँ जी तुसीं मिलण गए सी, मेल आए? तुसीं अग्गों कहा जी नहीं। फिर तुसीं उन्होंने ने कारण पुछिआ भी क्यों? तुसीं कारण दसोगे भी जां ते जदों मैं गया मेरे जांदे नूं चले गए सी, जां मैं दरवाजे ते खलोता रहा, बहुत तरले लाए, वो मैनूं मिलना ही नहीं सी चाहुंदा। हुण सवाल पैदा हो गया जे मैं दुनिया ते आया ही उन्होंने मिल रही हाँ, मिलिया क्यों नहीं? वो नहीं मिलना चाहता कि मैं नहीं मिलना चाहता, जां मैनूं उहदे घर दा नहीं पता, जां मैनूं उहदे बारे समझ कोई नहीं। कदी अपने आप नाल सवाल किया जां ओह है कित्थे, ओह रहिंदा कित्थे? हुण गुरु ग्रंथ साहिब दी बाणी च क्लीयर लिखदा सब है घट राम बोले। जिन्हों मिलना है वह बाहर तो है ही कोई नहीं। काहे रे बन खोजन जाई सर्वनिवासी सदा लेपा तो ही संग, वो तो तेरे विच वा, तेरे नाल वा। अच्छा जे हैगा भी तेरे कोल ही आ, फिर भी तेनों क्यों नहीं मिलिया? चलो एक तो बहाना सी भी ओहदा टिकाणा किते दूर सी, इस करके मैनूं उहदे टिकाणे दा नहीं पता लगा। बाणी ने कहता बंदे खोज दिल हर रोज ना फिर परेशानी माही। बाणी ने भी कहता दखण देश हरी का बासा, एक मनावत आंदी है भी दखण वाले बन्ने हरी है, एक आंदे जी पच्छम अल्लाह मुकामा, एक आंदे जी पच्छम वाले बन्ने अल्लाह है। पर गुरमत ने भी गल निबेड़ती भी दिल में खोज, दिले दिल खोजो यही ठौर मुकामा। जे ये भी अच्छा टिकाणा भी दस दिता भी हैगा भी तेरे अंदर ही आ। हुण अगला सवाल है जी हैगा भी अंदर, फिर मिलिया क्यों नहीं? इहनूं कहंदे ने सवाल दा जवाब लभण जदों तुसीं तुरोगे फिर तुहानूं बहुत कुछ मिलेगा। जिन्होंने बाणी लिखा खोजी उपजै बादी बिनसै। जो तुसीं खोज कर निकलोगे, बाणी इहो तो सिखाउंदी है भी रोज़ खोज, रोज़ अपने आप नूं पढ़ समझ विचार, तेनों बहुत कुछ प्राप्त होएगा। हुण अज की हो रहा है? अज मकैनिकल रैपीटेशन है। अज की हो रहा है? मैं शब्द पढ़ रहा, बाणी पढ़ रहा, पाठ करके मैं कदी अपने आप नाल विचार के वेखिआ बाणी कहंदी की, मैनूं उपदेश की दिंदी है, लैसन की है, गुरु साहिब दा सिੱਖਿਆ की आ जिहड़ी मैं गुरबाणी रोज़ पढ़दा उस चों मैनूं सिੱਖਿਆ की मिलती है, विचार की मिलती है, मैनूं गुरु साहिब कहना की चाहुंदे ने। तुसीं कोई न्यूज़ पढ़दे हो भी बिना समझ तो नहीं पढ़दे, तुसीं पेपर पढ़दे हो, तुहाडे सामने कोई अखबार कोई खबर आउंदी है, तुसीं बिना समझ तो थोड़ा पढ़ोगे। तुसीं पेपर पढ़ रहे हो, तुहाडे नाल दा बंदा पुछदा इदां पुछदा अज अखबार की कहंदी है, अज न्यूज़ की कहंदी है, तुसीं एक दो खबरां विचों सुणाउंदे हो ना। जे बंदे नूं बाणी पढ़न वाले नूं कोई पुछे बाणी की कहंदी आ ते अगे कहे मैनूं ते इहदे बारे बोलो भाई कख नहीं पता, वो कहेगा फिर पढ़दा की है? तू आ 5 मिनट पहला न्यूज़ पढ़ी है, छपी भी रात ही है, रात 12 बजे अखबार छपी है, तू सवेरे तेरे कोल पहुंची है, तू अखबार पढ़ के भी मैनूं 3-4 गल्लां दस दियां ते बाणी बारे तो तू कहना मैनूं 20 साल हो गए पढ़दे नूं, बाणी बारे तो कहना मैनूं 10 साल हो गए पढ़दे नूं। दस मैनूं बाणी च की लिखिआ ते तू अगे सिर मार देवें मैनूं इहदे बारे बोलो। साध संगत जी कुछ नहीं पता, ਇਹਦਾ मतलब तू समझ के नहीं पढ़ता कि जे तू समझना चाहता नहीं। जिदन असी इस बने हुण गुरु साहब जी ने क्लीयर कहता, कहते भी जे तेनों उहदे टिकाणे का नहीं पता, ये भी तू कहता, तेनों ये भी दसता तेरे अंदर ही है, लभ लभ इनू। ते अंदर का मतलब की है? अपने आप नूं जानना ही परमेश्वर नूं जानना है। अज बंदा इदां कहता मैं तेनों जानदा वां, जो किसी नाल गल करदा की कहंदा भला मैं तेनों चंगी तरह बाणी आंदी इहो ही तो समस्या, तू दूजिਆਂ नूं जानदा अपने आप तो जानदा ही नहीं। श्री गुरु ग्रंथ साहिब की बाणी च एक किते विखा दो जिथे लिखिया होवे दूजे नूं समझाउणा है, ना जी ना। कोई रागी, कोई प्रचारक, कोई ढाडी एक दूजे नूं, ईवन माँ बाप भैन भरा बच्चे टीचर डॉक्टर कोई भी एक दूजे नूं समझा सकदा है ना।
ਬੰਦਾ ਆਪਣੇ ਆਪ ਨੂੰ ਖੁਦ ਆਪ ਸਮਝਾਉਂਦਾ। ਦੂਜਾ ਸਿਰਫ ਦੱਸ ਸਕਦਾ ਹੈ ਇੱਦਾਂ ਕਰਨਾ, ਪਰ ਕਰਨਾ ਖੁਦ ਕੰਮ ਬੰਦੇ ਨੂੰ ਆਪ ਹੀ ਪੈਣਾ। ਜਿਵੇਂ ਕਈ ਵਾਰੀ ਮਰੀਜ਼ ਨਹੀਂ ਕਹਿੰਦਾ ਡਾਕਟਰ ਸਾਹਿਬ ਮੈਨੂੰ ਠੀਕ ਕਰ ਦਿਓ, ਉਹ ਕਹਿੰਦਾ ਭਾਈ ਦਵਾਈ ਦੇ ਸਕਦਾ, ਠੀਕ ਤੈਨੂੰ ਆਪਣੇ ਆਪ ਨੂੰ ਬੋਲੋ ਜੀ ਆਪ ਕਰਨਾ ਪੈਣਾ ਹੈ। ਮੈਂ ਤਾਂ ਮੈਡੀਸਨ ਦੱਸ ਸਕਦਾ, ਪਰ ਮੈਡੀਸਨ ਦੇ ਨਾਲ ਨਾਲ ਪਰਹੇਜ਼ ਤੈਨੂੰ ਬੋਲੋ ਜੀ ਆਪ ਕਰ। ਪਰਹੇਜ਼ ਤੇ ਮੈਂ ਨਹੀਂ ਕਰਨਾ। ਕਈ ਵਾਰੀ ਆਪਣੇ ਬੱਚਿਆਂ ਨੂੰ ਸਕੂਲ ਲੈ ਕੇ ਆਪਾਂ ਜਾਨੇ, ਟੀਚਰ ਨੂੰ ਕਹਿੰਦੇ ਆ ਥੋੜ੍ਹਾ ਜਿਹਾ ਵੱਲ ਧਿਆਨ ਦਿਓ ਜੀ, ਉਹ ਕਹਿੰਦਾ ਜੀ ਧਿਆਨ ਤਾਂ ਮੈਂ ਸਾਰਿਆਂ ਬੱਚਿਆਂ ਵੱਲ ਬਰਾਬਰ ਦੇ ਰਿਹਾ। ਬੱਚਾ ਉਦੋਂ ਪੜ੍ਹੇਗਾ ਜਦੋਂ ਆਪਣੇ ਆਪ ਵੱਲ ਆਪ ਧਿਆਨ ਦੇਵੇਗਾ। ਜਦੋਂ ਆਪਣੇ ਆਪ ਧਿਆਨ ਦੇਵੇਗਾ ਅੱਗੇ ਵੱਧ ਜਾਏਗਾ। ਹੁਣ ਇੱਥੇ ਭਗਤ ਫਰੀਦ ਜੀ ਕਹਿੰਦੇ ਨੇ ਆਜ ਮਿਲਾਵਾ, ਆ ਜਿਹੜਾ ਅੱਜ ਹੈ ਸਮਾਂ ਹੈ, ਇਹ ਤੈਨੂੰ ਪਰਮੇਸ਼ਰ ਅੱਲਾ ਨੂੰ ਪਾਉਣ ਲਈ ਮਿਲਿਆ। ਪਰ ਕਿਉਂ ਨਹੀਂ ਮਿਲਿਆ? ਉਹਦੀ ਵਜ੍ਹਾ ਦੱਸ ਰਹੇ। ਹੁਣ ਸੁਣਿਓ ਵਜ੍ਹਾ ਕੀ ਹੈ। ਕਹਿੰਦੇ ਟਾਕਮ, ਟਾਕਮ ਦਾ ਅਰਥ ਹੈ ਰੋਕ। ਕੁੰਜੜੀਆਂ, ਕੁੰਜੜੀਆਂ ਕੀ ਹੈ? ਸਾਡੀਆਂ ਗਿਆਨ ਇੰਦਰੀਆਂ। ਕਿਉਂ ਨਹੀਂ ਮਿਲ ਰਿਹਾ? ਕਿਉਂਕਿ ਅੱਖਾਂ ਗਲਤ ਵੇਖ ਰਹੀਆਂ। ਹੁਣ ਸਮਝ ਆ ਰਹੀ ਹੈ ਜੀ? ਕੰਨ ਗਲਤ ਸੁਣ ਰਹੇ ਆ ਤੇ ਜ਼ੁਬਾਨ ਗਲਤ ਬੋਲ ਰਹੀ ਆ ਤੇ ਪੈਰ ਗਲਤ ਰਸਤੇ ਤੇ ਚੱਲ ਰਹੇ ਆ। ਇਹਨਾਂ ਨੂੰ ਰੋਕ ਲਾ। ਹੁਣ ਦੱਸੋ ਮੇਰੀਆਂ ਅੱਖਾਂ ਨੂੰ ਗਲਤ ਵੇਖਣ ਤੋਂ ਮੇਰੇ ਤੋਂ ਬਿਨਾਂ ਕੋਈ ਦੂਜਾ ਰੋਕ ਸਕਦਾ ਹੈ? ਬੋਲ ਕੇ ਦੱਸਿਓ ਜੀ। ਕਿਉਂ ਸਾਧ ਸੰਗਤ ਜੀ? ਜੇ ਕਿਸੇ ਦਾ ਪੁੱਤਰ ਧੀ ਇਹਨਾਂ ਅੱਖਾਂ ਨਾਲ ਗਲਤ ਵੇਖ ਰਿਹਾ ਹੈ, ਦੁਨੀਆ ਦੇ ਅੰਦਰ ਕੋਈ ਦੂਜਾ ਬਣਿਆ ਜਿਹੜਾ ਉਹਨੂੰ ਰੋਕ ਸਕੇ? ਜੇ ਰੋਕ ਸਕਦਾ ਹੁੰਦਾ ਬਾਣੀ 'ਚ ਇਹ ਨਾ ਲਿਖਣਾ ਪੈਂਦਾ, ਉਹਨ ਤੇ ਰੱਖ ਹੈ ਬਾਪ ਨਾ ਮਾਈ। ਸਭ ਤੋਂ ਨੇੜੇ ਤੇ ਮਾਂ ਹੀ ਹੈ ਨਾ ਪੁੱਤ ਦੇ। ਬਾਣੀ ਨੇ ਕਹਿਤਾ ਜੇ ਪੁੱਤ ਗਲਤ ਵੇਖ ਰਿਹਾ, ਮਾਂ ਪੁੱਤ ਨੂੰ ਗਲਤ ਵੇਖਣ ਤੋਂ ਰੋਕ ਨਹੀਂ ਸਕਦੀ। ਹਾਂ, ਪੁੱਤ ਆਪਣੇ ਆਪ ਨੂੰ ਗਲਤ ਵੇਖਣ ਤੋਂ ਰੋਕ ਸਕਦਾ। ਉਹਨ ਤੇ ਰੱਖ ਹੈ ਬਾਪ ਨਾ ਮਾਈ। ਉਹਨ ਤੇ ਰੱਖ ਹੈ ਮੀਤ ਨਾ ਭਾਈ। ਪਹਿਲਾਂ ਮਾਂ ਹੈ, ਫਿਰ ਬਾਪ ਹੈ, ਫਿਰ ਮਿੱਤਰ ਹੈ, ਫਿਰ ਭਰਾ, ਦੋਸਤ ਮਿੱਤਰ ਆਰੰਭ ਹੋਇਆ। ਉਹਨ ਤੇ ਰੱਖ ਹੈ ਬਾਪ ਨਾ ਮਾਈ, ਉਹਨ ਤੇ ਰੱਖ ਹੈ ਮੀਤ ਨਾ ਭਾਈ। ਦਰਬ ਸਿਆਣਪ ਨਾ ਹੋਏ ਰਹਿਤੇ। ਮੰਨ ਲਓ ਬੰਦੇ ਕੋਲ ਕਵੇ ਪੈਸਾ ਬੜਾ, ਮੈਂ ਪੈਸੇ ਦੇ ਬਲ ਬੂਤੇ ਤੇ ਇਹਨਾਂ ਅੱਖਾਂ ਨੂੰ ਗਲਤ ਵੇਖਣ ਤੋਂ ਰੋਕਣਾ। ਹੈਗੀ ਤਾਕਤ ਕਿਸੇ 'ਚ? ਦਰਬ ਸਿਆਣਪ, ਸਿਆਣਪ ਚਤਰਾਈ ਨਾ ਹੋਏ ਰਹਿਤੇ। ਇੱਕੋ ਥਾਂ ਵਾ ਸਾਧ ਸੰਗ ਓਏ ਦੁਸ਼ਟ ਵਸ ਹੋਤੇ। ਜਦੋਂ ਤੂੰ ਸਾਧ ਦਾ ਸੰਗ ਕਰੇਗਾ, ਸੱਤ ਦਾ ਸੰਗ ਕਰੇਗਾ, ਸੱਚ ਦੀ ਸੰਗਤ ਕਰੇਗਾ ਨਾ, ਉਦਣ ਤੈਨੂੰ ਆਪਣੇ ਆਪ ਨੂੰ ਸਹੀ ਵੇਖਣ ਦੀ ਸਿੱਖਿਆ ਪ੍ਰਾਪਤ ਹੋ ਜਾਏਗੀ। ਫਿਰ ਤੇਰੀਆਂ ਅੱਖਾਂ ਸਹੀ। ਰਾਕ ਟਾਕਮ, ਟਾਕਮ ਦਾ ਅਰਥ ਹੈ ਰੋਕ। ਕੁੰਜੜੀਆਂ, ਕੁੰਜੜੀਆਂ ਕੀ ਹੈ? ਗਿਆਨ ਇੰਦਰੀਆਂ। ਗਿਆਨ ਇੰਦਰੀਆਂ ਨਾ, ਜਿਵੇਂ ਗਿਆਨ ਇੰਦਰੀ ਗਿਆਨ ਦਿੰਦੇ ਸਾਨੂੰ। ਅੱਖਾਂ ਵੇਖਣ ਦਾ ਗਿਆਨ, ਕੰਨ ਸੁਣਨ ਦਾ, ਜ਼ੁਬਾਨ ਬੋਲਣ ਦਾ, ਇਹ ਗਿਆਨ ਇੰਦਰੀ ਸਾਡੇ। ਕਰਮ ਇੰਦਰੀ, ਗਿਆਨ ਇੰਦਰੀ, ਸਕਿਨ ਟੱਚ ਕਰਦੇ ਹੋ ਤੁਸੀਂ ਕਿਸੇ ਨੂੰ। ਹੁਣ ਤੁਹਾਡੇ ਪੈਰ ਨੂੰ ਕੀੜੀ ਚੜ੍ਹਦੀ ਹੈ, ਤੁਸੀਂ ਲੰਮੇ ਪੈ ਜੇ, ਕਿੱਡੇ ਤਕੜੇ ਸੈਂਸਰ ਲੱਗੇ ਹੋਏ ਨੇ, ਇੱਕਦਮ ਤੁਸੀਂ ਹਿਲਦੇ ਹੋ। ਤੁਸੀਂ ਕੀੜੀ ਵੇਖੀ ਥੋੜ੍ਹਾ ਹੈ, ਤੁਹਾਡੇ ਤੇ ਪੈਰ ਤੇ ਚੜ੍ਹੀ ਹੈ, ਤੁਸੀਂ ਲੇਟੇ ਸੀ, ਪਰ ਇੱਕਦਮ ਤੁਸੀਂ ਤੁਹਾਡਾ ਹੱਥ ਉੱਥੇ ਜਾਂਦਾ। ਕਿੱਡਾ ਵੱਡਾ ਸੈਂਸਰ। ਇਹ ਗਿਆਨ ਦੇ ਰਿਹਾ ਤੈਨੂੰ ਵੀ ਇੱਥੇ ਕੋਈ ਚੀਜ਼ ਤੈਨੂੰ ਟੱਚ ਕਰ ਰਹੀ ਹੈ। ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ ਇਹਨਾਂ ਨੂੰ ਰੋਕ, ਰੋਕ ਲੈ ਇਹਨਾਂ ਨੂੰ ਵੇਖਣ ਤੋਂ। ਅੱਖਾਂ ਗਲਤ ਵੇਖ ਰਹੀਆਂ ਨੇ, ਕੰਨ ਗਲਤ ਸੁਣ ਰਹੇ ਨੇ, ਜ਼ੁਬਾਨ ਗਲਤ ਬੋਲ ਰਹੀ ਹੈ, ਪੈਰ ਗਲਤ ਰਸਤੇ ਤੇ ਚੱਲ ਰਹੇ ਨੇ। ਆਜ ਮਿਲਾਵਾ ਸ਼ੇਖ ਫਰੀਦ ਟਾਕਮ ਰੋਕ ਕੁੰਜੜੀਆਂ ਗਿਆਨ ਦੇ ਮਨੋ ਬੋਲੋ ਸਾਰੇ ਮਨੋ ਮਚਿੰਦੜੀਆਂ। ਮਨ ਵਿੱਚ ਹੁਣ ਦੱਸੋ, ਮਨ ਵਿੱਚ ਅੱਗ ਲਾ ਕੇ ਬੈਠੀਆਂ ਨੇ ਇਹ ਸਾਰੀਆਂ ਚੀਜ਼ਾਂ ਹੀ। ਅੱਛਾ, ਬੰਦੇ ਦੇ ਅੱਗ ਅੰਦਰ ਲੱਗੀ ਆ, ਬਾਹਰ 에ਅਰ ਕੰਡੀਸ਼ਨ ਛੱਡਿਆ ਹੋਇਆ ਹੈ, ਬਾਹਰ ਦਾ ਐਸੀ ਬੰਦੇ ਦੇ ਅੰਦਰ ਨੂੰ ਠੰਡਾ ਕਰ ਸਕਦਾ ਜੀ? ਕਿਉਂ ਸਾਧ ਸੰਗਤ ਜੀ ਬੋਲੋ ਜੀ? ਇਹ ਬੰਦਾ ਅੰਦਰੋਂ ਕਲਪਿਆ ਪਿਆ, ਅੰਦਰੋਂ ਖਿਜਿਆ ਪਿਆ, ਬਾਹਰ ਭਾਵੇਂ 2 ਫੁੱਟ ਸਨੋ ਵੀ ਪੈ ਜੇ। ਹਾਂ, ਇਸ ਨੂੰ ਬਾਣੀ ਚ ਆਖਿਆ ਸੀ ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ। ਬਹੁਤ ਬੇਕਾਰ। ਜੈ ਤਨ ਬਾਣੀ ਜਿਉ ਪੱਕਾ, ਰੋਗੀ ਵਿਲ ਲਾਏ। ਹੁਣ ਕਿੰਨੇ ਪਿਆਰੇ ਸ਼ਬਦ ਨੇ। ਟਾਕਮ ਰੋਗ ਕੁੰਜੜੀਆਂ ਜਿਹੜੀਆਂ ਤੇਰੇ ਅੰਦਰ ਅੱਗ ਲਾ ਕੇ ਬੈਠੀਆਂ, ਮਨੋ ਮਚਿੰਦੜੀਆਂ। ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਸਲੋਕ ਪੜ੍ਹੋ। ਉਹਨਾਂ ਸਲੋਕਾਂ ਵਿੱਚ ਹੈ ਅੱਖੀਂ ਬਾਝੋਂ ਵੇਖਣਾ, ਅੱਖਾਂ ਤੋਂ ਬਗੈਰ ਵੇਖਣਾ ਸ਼ੁਰੂ ਕਰ ਦੇ। ਮਹਾਰਾਜ ਬੰਦੇ ਦੀਆਂ ਅੱਖਾਂ ਨਾ ਹੋਣ ਤੇ ਬੰਦੇ ਨੂੰ ਦਿਸਦਾ ਕੁਝ ਨਹੀਂ, ਤੁਸੀਂ ਕਹਿੰਦੇ ਅੱਖਾਂ ਤੋਂ ਬਗੈਰ ਵੇਖਣਾ ਸ਼ੁਰੂ ਕਰ ਦੇ। ਇਹ ਕਿੱਦਾਂ ਹੋਏਗਾ ਵੀ?
ਅੱਖੀਂ ਬਾਝੋਂ ਵੇਖਣਾ ਵਿਣ ਕੰਨਾਂ ਸੁਣਨਾ, ਕੰਨਾਂ ਤੋਂ ਬਗੈਰ ਸੁਣਨਾ ਸ਼ੁਰੂ ਕਰ ਦੇ। ਪੈਰਾਂ ਬਾਝੋਂ ਚੱਲਣਾ, ਪੈਰਾਂ ਤੋਂ ਬਗੈਰ ਤੁਰਨਾ ਸ਼ੁਰੂ ਕਰ ਦੇ। ਵਿਣ ਹੱਥਾਂ ਕਰਨਾ, ਜੀਭੇ ਬਾਝੋਂ ਬੋਲਣਾ, ਜ਼ੁਬਾਨ ਤੋਂ ਬਗੈਰ ਬੋਲਣਾ ਸ਼ੁਰੂ ਕਰ ਦੇ। ਜੀਭੇ ਬਾਝੋਂ ਬੋਲਣਾ, ਇਉਂ ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤਾਂ ਖਸਮੈ ਮਿਲਣਾ। ਏਦਾਂ ਤੂੰ ਹੁਕਮ ਦੀ ਪਛਾਣ। ਹੁਣ ਜਦੋਂ ਬੰਦੇ ਦੀ ਡੈਥ ਹੁੰਦੀ ਹੈ, ਧਿਆਨ ਨਾਲ ਸੁਣਿਓ, ਸਰੀਰ ਤੇ ਤੁਹਾਡੇ ਸਾਹਮਣੇ ਪਿਆ ਹੁੰਦਾ ਉਹਦਾ, ਪਰ ਅੱਜ ਅੱਖਾਂ ਵੇਖ ਨਹੀਂ ਸਕਦੀਆਂ। ਜਦੋਂ ਬੰਦੇ ਦੀ ਮੌਤ ਹੁੰਦੀ ਹੈ, ਮੰਨ ਲਓ ਡੈਥ ਅੱਜ ਹੋਈ ਆ, ਆਪਾਂ ਕਹਿੰਦੇ ਜੀ ਮਹੀਨੇ ਬਾਅਦ, 15 ਦਿਨਾਂ ਬਾਅਦ, 10 ਦਿਨਾਂ ਬਾਅਦ ਆਪਾਂ ਪਰਿਵਾਰ ਦੇ ਰਿਸ਼ਤੇਦਾਰ ਦੂਰੋਂ ਆਉਣੇ ਆ, ਸਾਕ ਸੰਬੰਧੀ ਦੂਰੋਂ ਆਉਣੇ ਨੇ। ਅੰਗ ਤੇ ਤੁਹਾਡੇ ਸਾਹਮਣੇ ਨੇ, ਦੇਖਦਾ ਕਿਉਂ ਨਹੀਂ? ਅੱਜ ਪੈਰ ਤੇ ਹੈਗੇ, ਤੁਰਦਾ ਕਿਉਂ ਨਹੀਂ? ਹੁਣ ਇੱਥੇ ਸ਼ਬਦ ਕਿੱਡਾ ਪਿਆਰਾ ਵਰਤਿਆ, ਕਹਿੰਦੇ ਅੱਖਾਂ, ਮੁਰਦੇ ਦੇ ਕੋਲ ਅੱਖਾਂ ਵੀ ਹੈਗੀਆਂ ਨੇ, ਹੱਥ ਵੀ ਹੈਗੇ ਨੇ, ਪੈਰ ਵੀ ਹੈਗੇ ਨੇ, ਪਰ ਅੱਜ ਹਰਕਤ ਕਿਉਂ ਨਹੀਂ ਕਰ ਰਿਹਾ? ਹੁਣ ਇੱਥੇ ਸ਼ਬਦ ਨਾਨਕ ਹੁਕਮ ਪਛਾਣ ਕੇ, ਇਉਂ ਏਦਾਂ ਜੀਵਤ ਮਰਨਾ, ਜਿਉਂਦੇ ਜੀ ਹੀ ਮਰਨਾ ਹੈ। ਕਿਵੇਂ? ਜਿਵੇਂ ਮੁਰਦੇ ਕੋਲ ਅੱਖਾਂ ਹੈਗੀਆਂ ਪਰ ਵੇਖ ਨਹੀਂ ਸਕਦੀਆਂ। ਅੱਜ ਤੇਰੇ ਕੋਲ ਅੱਖਾਂ ਹੈਗੀਆਂ, ਤੂੰ ਕੀ ਨਹੀਂ ਵੇਖਣਾ? ਗਲਤ ਨਹੀਂ ਵੇਖਣਾ, ਗਲਤ ਬੰਨੇ ਨਹੀਂ ਵੇਖਣਾ, ਗਲਤ ਨਜ਼ਰ ਨਾਲ ਨਹੀਂ ਵੇਖਣਾ, ਕਿਸੇ ਦੀ ਚੀਜ਼ ਵੱਲ ਵੇਖ ਕੇ ਸੜਨਾ ਨਹੀਂ। ਅੱਖਾਂ ਵੇਖਣ ਦਾ ਇਸ ਕੰਮ ਕਰਦੀਆਂ ਨੇ ਨਾ। ਹੁਣ ਇੱਕ ਕਿੱਡਾ ਪਿਆਰਾ ਸ਼ਬਦ ਵਰਤਿਆ ਗੁਰਦੇਵ ਨੇ ਇੱਥੇ, ਅੱਖੀਂ ਬਾਝੋਂ ਵੇਖਣਾ। ਅੱਖਾਂ ਤੋਂ ਬਗੈਰ ਵੇਖਣ ਦਾ ਭਾਵ ਪਤਾ ਕੀ ਹੈ? ਇਹਨਾਂ ਅੱਖਾਂ ਨਾਲ ਮਾੜਾ ਵੇਖਣਾ, ਉੱਚੀ ਬੋਲ ਕੇ ਦੱਸਿਓ, ਬੰਦ ਕਰ ਦੇ। ਇਹਨਾਂ ਅੱਖਾਂ ਨਾਲ ਮਾੜਾ ਵੇਖਣਾ ਬੰਦ ਕਰ ਦੇ। ਅੱਖੀਂ ਬਾਝੋਂ ਵੇਖਣਾ ਵਿਣ ਕੰਨਾਂ ਸੁਣਨਾ। ਕੰਨਾਂ ਤੋਂ ਬਗੈਰ ਸੁਣਨ ਦਾ ਕੀ ਭਾਵ ਹੈ ਭਲਾ? ਜਦੋਂ ਤੇਰੇ ਲਾਗੇ ਕੋਈ ਕਿਸੇ ਦੀ ਮਾੜੀ ਗੱਲ ਕਰੇ, ਤੂੰ ਉਹਦੇ ਗਾੜੀ ਕੀ ਕਰ? ਹੱਥ ਜੋੜ ਦੇ। ਪਰ ਬੰਦਾ ਹੱਥ ਜੋੜਦਾ ਜੀ, ਸਵਾਦ ਲੈਂਦਾ ਵੀ ਹੋਰ ਬੋਲ। ਅੱਛਾ, ਕਈ ਵਾਰੀ ਨਾ ਬੰਦਾ ਅਗਲੇ ਦੀ ਗੱਲ ਕਰਨੀ ਨਹੀਂ ਚਾਹੁੰਦਾ, ਉਹਨੂੰ ਜਾਣ ਕੇ ਛੇੜ ਕੇ, ਅੱਛਾ ਫੇਰ ਕੀ ਹੋਇਆ, ਅੱਛਾ ਫੇਰ ਕੀ ਹੋਇਆ, ਅੱਛਾ ਉਹਦਾ ਪੋਤਾ ਅੱਡ ਹੋ ਗਿਆ ਉਹਦੇ ਨਾਲੋਂ। ਵੀ ਜੇ ਅੱਡ ਹੋ ਵੀ ਗਿਆ ਜਾਂ ਨਾਲ ਰਹਿੰਦਾ, ਇਹ ਚੋਂ ਤੈਨੂੰ ਕੀ ਮਿਲਣਾ? ਬਸ ਸਿਰਫ ਐਵੇਂ ਥੋੜ੍ਹੀ ਜਿਹੀ ਬੰਦਾ ਰੋਟੀ ਅੱਧੀ ਥੋੜ੍ਹੀ ਜਿਹੀ ਹੋਰ ਵੱਧ ਖਾ ਲੂ, ਵੀ ਸਵਾਦ ਲੈ ਲੂ ਵਿੱਚੋਂ। ਕਈਆਂ ਬੰਦਿਆਂ ਨੂੰ ਦੂਜੇ ਦੇ ਘਰ ਦੀ ਲੜਾਈ ਝਗੜੇ ਕੰਨਾਂ ਨਾਲ ਸੁਣ ਕੇ ਕੀ ਆਉਂਦਾ ਜੀ ਵਿੱਚੋਂ? ਜਿਹਦਾ ਖੁਰਕ ਦਾ ਸਵਾਦ ਨਹੀਂ ਹੁੰਦਾ ਬੰਦਾ। ਹੁਣ ਖਾਰਸ਼ ਆਪਣੇ ਹੋ ਰਹੀ ਹੁੰਦੀ ਆ, ਪਰ ਕਈ ਵਾਰ ਲੱਤ ਛਿੱਲ ਪੈਂਦਾ, ਪਰ ਸਵਾਦ 'ਚ ਛਿੱਲ ਪੈਂਦਾ। ਅੱਜ ਇਹ ਜਿਹੜੀ ਚੁਗਲੀ ਨਿੰਦਿਆ ਸਭ ਤੋਂ, ਕਈ ਕਹਿੰਦੇ ਫਲਾਣਾ ਬੰਦਾ ਚੁਗਲੀ ਕਰਨ ਦੀ ਬੜੀ ਆਦਤ ਹੈ। ਅੱਛਾ ਕਰਦਾ ਕਿਹਦੇ? ਤੇਰੇ ਕੋਲੋਂ, ਤਾਂ ਤੈਨੂੰ ਸੁਣਨ ਦੀ ਨਹੀਂ ਆਦਤ? ਤੂੰ ਵੀ ਤੇ ਪੂਰਾ ਹੀ ਆਪਣਾ ਡਾਟਾ ਅਗਲੇ ਦਾ ਡਾਊਨਲੋਡ ਕਰ ਲੈਣਾ, ਉਦੋਂ ਸਿੱਧਾ ਕਹਦੇ ਵੀ ਭਾਈ ਮੇਰੇ ਕੋਲ ਇੰਨਾ ਟਾਈਮ ਹੈ ਨਹੀਂ, ਮੈਂ ਇੰਨੀਆਂ ਫਾਲਤੂ ਗੱਲਾਂ ਆਪਣੇ ਕੋਲੋਂ ਨਹੀਂ ਸੁਣ ਸਕਦਾ। ਨਾ ਤੁਸੀਂ, ਜਿਹੜਾ ਬੰਦਾ ਵੀ ਕਹਿੰਦਾ ਨਾ ਫਲਾਣਾ ਬੰਦਾ ਚੁਗਲੀ ਕਰਦਾ, ਇਹਦਾ ਮਤਲਬ ਤੁਸੀਂ ਚੁਗਲੀ ਅੱਗੇ ਉਹਦੀ ਸੁਣਦੇ ਹੋ, ਉਦੋਂ ਹੱਥ ਜੋੜ ਦੋ ਵੀ ਭਾਈ ਮੈਂ ਇਹ ਕੰਮ ਨਹੀਂ ਕਰ। ਸੌਖਾ ਹੀ ਤਰੀਕਾ। ਹੁਣ ਇੱਥੇ ਪਾਤਸ਼ਾਹ ਜੀ ਕਿੱਡਾ ਪਿਆਰਾ ਕਹਿੰਦੇ, ਅੱਖੀਂ ਬਾਝੋਂ ਵੇਖਣਾ ਵਿਣ ਕੰਨਾਂ ਸੁਣਨਾ। ਕੰਨਾਂ ਤੋਂ ਬਗੈਰ ਸੁਣਨਾ ਸ਼ੁਰੂ ਕਰ ਦੇ, ਭਾਵ ਇਹਨਾਂ ਕੰਨਾਂ ਨਾਲ ਮਾੜਾ ਨਹੀਂ ਸੁਣਨਾ ਮੈਂ। ਪੈਰਾਂ ਬਾਝੋਂ ਚੱਲਣਾ, ਇਹਦਾ ਕੀ ਮਤਲਬ ਹੈ? ਪੈਰਾਂ ਤੋਂ ਬਗੈਰ ਕੋਈ ਬੰਦਾ ਤੁਰ ਸਕਦਾ? ਨਹੀਂ ਤੁਰ ਸਕਦਾ। ਇੱਥੇ ਪੈਰਾਂ ਤੋਂ ਬਗੈਰ ਤੁਰਨ ਦਾ ਭਾਵ ਹੈ, ਇਹ ਤੇਰੇ ਪੈਰ ਕਿਸੇ ਨੂੰ ਗਲਤ ਰਸਤੇ ਪਾਉਣ ਲਈ ਨਾ ਤੁਰਨ। ਇਹ ਪੈਰ ਸਹੀ ਰਸਤੇ ਤੇ ਤੁਰਨ, ਕਿਸੇ ਦਾ ਸਵਾਰਨ ਲਈ ਤੁਰਨ, ਕਿਸੇ ਦਾ ਵਿਗਾੜਨ ਲਈ ਨਾ ਤੁਰ। ਇਹਨਾਂ ਦੇ ਬੰਦੇ ਨੂੰ ਪਤਾ ਹੁੰਦਾ ਨਾ ਵੀ ਅੱਜ ਮੈਂ ਕਿਸੇ ਦਾ ਕੰਮ ਵਿਗਾੜਨ ਚੱਲਿਆ ਕਿ ਸਵਾਰਨ ਚੱਲਿਆ। ਇੰਨੀ ਤਾਂ ਸੈਂਸ ਹੁੰਦੀ ਹੈ ਨਾ ਜੀ ਬੰਦੇ ਨੂੰ, ਕਿ ਨਹੀਂ ਹੁੰਦੀ ਸਾਧ ਸੰਗਤ ਜੀ? ਇਹਨਾਂ ਕਦੇ ਬੰਦੇ ਨੂੰ ਪਤਾ ਹੁੰਦਾ ਨਾ ਵੀ ਅੱਜ ਮੇਰੇ ਪੈਰ ਕਿਸੇ ਦਾ ਸਵਾਰਨ ਚੱਲੇ ਆ ਕਿ ਕਿਸੇ ਦਾ ਵਿਗਾੜਨ ਚੱਲੇ ਆ। ਜਦੋਂ ਤੂੰ ਅੱਜ ਪੈਰਾਂ ਨੂੰ ਰੋਕਤਾ, ਤੇ ਰੋਕਣਾ ਕਿਹਨੇ ਭਲਾ? ਪੈਰਾਂ ਨੂੰ ਗਲਤ ਬੰਨੇ ਜਾਣ ਤੋਂ ਮਨ ਨੇ। ਤੇ ਤਾਂ ਹੀ ਬਣ ਮਨ ਮੈਲਾ ਸਭ ਕੁਛ ਮੈਲਾ। ਨਿਬੇੜ ਦਿੱਤਾ ਕੰਮ ਇੱਥੇ। ਕਹਿੰਦੇ ਕੱਲੇ ਕੱਲੇ ਗਿਆਨ ਅੰਦਰ ਇਹਨੇ ਟੱਕਰਾਂ ਮਾਰਨ ਦੀ ਲੋੜ ਨਹੀਂ। ਟੱਬਰ ਦਾ ਮੁਖੀ ਸਮਝਾ ਲਓ, ਟੱਬਰ ਆਪਣੇ ਆਪ ਹੀ ਸਮਝਾਣਾ। ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੈ ਮਨ ਹਛਾ ਨਾ ਹੋਏ। ਹੁਣ ਤਨ ਧੋਣ ਨਾਲ ਮਨ ਕਿੱਦਾਂ ਸਾਫ਼ ਹੋ ਜੂ?
ਮਨ ਮੈਲਾ ਤੇ ਸਭ ਕੁਛ ਹੀ ਮੈਲਾ। ਮਨ ਮੈਲਾ ਹੋ ਗਿਆ ਤੇ ਅੱਖਾਂ ਮੈਲੀਆਂ ਹੋ ਗਈਆਂ, ਮਨ ਮੈਲਾ ਹੋ ਗਿਆ ਤੇ ਕੰਨ ਮੈਲੇ ਹੋ ਗਏ, ਮਨ ਮੈਲਾ ਹੋ ਗਿਆ ਤੇ ਪੈਰ ਮੈਲੇ ਹੋ ਗਏ, ਮਨ ਮੈਲਾ ਹੋ ਗਿਆ ਤੇ ਜ਼ੁਬਾਨ ਮੈਲੀ ਹੋ ਗਈ। ਤੇ ਮਨ ਕੀ ਸੀ? ਆਰੰਭ 'ਚ ਕਿਹਾ ਸੀ ਮਨ ਸ਼ਬਦ ਹੀ ਹੈ, ਤੁਹਾਡੇ ਵਿਚਾਰ ਹੀ ਮਨ ਆ। ਵਿਚਾਰ ਸਹੀ ਕਰ ਲਓ, ਸਭ ਕੁਝ। ਜਿਵੇਂ ਆਪਾਂ ਗੁਰਦੁਆਰੇ ਆਉਂਦੇ ਹਾਂ, ਆਪਣੇ ਹੱਥ ਧੋਂਦੇ ਹਾਂ, ਪੈਰ ਧੋਂਦੇ ਹਾਂ, ਸਾਫ ਸੁਥਰੇ, ਕਿਤੇ ਮੈਨੂੰ ਵਿਚਾਰ ਵੀ ਸਾਫ ਸੁਥਰੇ ਕਰਨੇ ਆ ਜਾਣ। ਜਦੋਂ ਬੰਦਾ ਬੰਦੇ ਨੂੰ ਛੱਡਦਾ ਕੀ ਆਂਦਾ? ਇਹਦਾ ਨੱਕ ਬਦਲ ਗਿਆ, ਇਹਦੀ ਸਕਿਨ ਬਦਲ ਗਈ। ਕੀ ਆਂਦਾ? ਹੁਣ ਮੇਰੀ ਉਹਦੇ ਨਾਲ ਬਣਦੀ ਨਹੀਂ, ਯਾਨੀ ਕਿ ਹੁਣ ਵਿਚਾਰਾਂ ਦਾ ਟਕਰਾਅ ਹੈ। ਵਿਚਾਰ ਚੰਗੇ ਸੀ, ਬੰਦਾ ਚੰਗਾ ਸੀ, ਵਿਚਾਰ ਮਾੜੇ ਸੀ, ਬੰਦਾ ਮਾੜਾ ਸੀ। ਤੇ ਵਿਚਾਰ ਹੀ ਇੱਕ ਇੱਦਾਂ ਦੀ ਚੀਜ਼ ਹੈ ਜਿਹੜੀ ਬੰਦਾ ਆਪਣੀ ਚੰਗੀ ਬਣਾ ਸਕਦਾ ਹੈ, ਬੰਦਾ ਆਪਣੀ ਮਾੜੀ ਬਣਾ ਸਕਦਾ ਹੈ। ਦੁਨੀਆ ਅੰਦਰ ਅੱਜ ਤੱਕ ਜਿਹਨੂੰ ਵੀ ਜਿਹਨੇ ਯਾਦ ਕੀਤਾ ਹੈ, ਉਹਨੂੰ ਉਹਦੇ ਕੰਮਾਂ ਕਰਕੇ ਯਾਦ ਕੀਤਾ, ਤੇ ਕੰਮ ਉਹਦੇ ਵਿਚਾਰਾਂ 'ਚੋਂ ਪੈਦਾ ਹੋਏ ਨੇ। ਬੰਦੇ ਅੰਦਰ ਵਿਚਾਰ ਪੈਦਾ ਹੁੰਦੇ ਨੇ, ਵਿਚਾਰਾਂ ਤੋਂ ਬਾਅਦ ਬੰਦਾ ਕੰਮ ਕਰਦਾ, ਤੇ ਕੰਮਾਂ ਕਰਕੇ ਦੁਨੀਆ ਉਹਨੂੰ ਯਾਦ ਕਰਦੀ ਹੈ। ਕਿਸੇ ਨੂੰ ਵੀ ਵੇਖ ਲਓ ਤੁਸੀਂ, ਹਿਸਟਰੀ ਹੈ ਸਾਡੇ ਸਾਹਮਣੇ, ਇਤਿਹਾਸ ਗਵਾਹ ਹੈ। ਕਿਸੇ ਨੂੰ ਵੀ ਅੱਜ ਕਿਸੇ ਨੇ ਯਾਦ ਕੀਤਾ, ਤੇ ਉਹਦੇ ਜੇ ਸ਼ੇਖ ਫਰੀਦ ਜੀ ਦੇ ਵੇਲੇ, ਭਗਤ ਫਰੀਦ ਜੀ ਦੇ ਵੇਲੇ ਕਿੰਨੇ ਲੋਕ ਉਸ ਵਕਤ ਵੀ ਹੋਣਗੇ। ਇੱਥੇ ਲੋਕ ਦਾਦੇ ਪੜਦਾਦੇ ਲੱਕੜ ਦਾਦੇ ਚਾਹੁੰਦੇ ਆ ਵੀ ਸਾਡਾ ਦੁਨੀਆ ਤੇ ਨਾਮ ਰਵੇ। ਪਹਿਲਾਂ ਚਾਹੁੰਦੇ ਮੇਰੇ ਘਰ ਪੁੱਤਰ ਹੋਵੇ, ਫਿਰ ਕਹਿੰਦੇ ਪੁੱਤਰ ਤੋਂ ਬਾਅਦ ਅੱਗੇ ਪੋਤਰਾ ਵੀ ਹੋਵੇ, ਤਾਂ ਕਿ ਪਤਾ ਲੱਗੇ ਇਹ ਫਲਾਣੇ ਦਾ ਦਾਦਾ ਹੈ। ਚਲੋ ਤੂੰ ਜ਼ੋਰ ਲਾਉਣ ਡਿਆ ਵੀ ਤੇਰਾ ਨਾਂ ਰਵੇ, ਉਸ ਤੋਂ ਬਾਅਦ ਤੂੰ ਚਾਹੁੰਦਾ ਤੇਰਾ ਫੇਰ ਨਾਂ ਰਵੇ, ਤੂੰ ਫਲਾਣੇ ਦਾ ਪੜਦਾਦਾ ਹੈ। ਪਰ ਜ਼ਰੂਰੀ ਨਹੀਂ। ਅੱਜ ਵੀ ਸਾਨੂੰ ਇੱਥੇ ਬੈਠਿਆਂ ਨੂੰ ਕੋਈ ਪੁੱਛ ਲਵੇ ਸਾਡੇ ਪਿਤਾ ਦਾ ਕੀ ਨਾਮ ਹੈ, ਸਾਨੂੰ ਪਤਾ ਹੈ। ਸਾਨੂੰ ਸਾਡੇ ਦਾਦੇ ਬਾਰੇ ਪੁੱਛੇ, ਉਹ ਵੀ ਪਤਾ ਹੋਏਗਾ। ਪਰ ਜੇ ਸਾਨੂੰ ਕੋਈ ਪੜਦਾਦੇ ਬਾਰੇ ਪੁੱਛੇ, ਉਹ ਵੀ ਪਤਾ ਹੋਏਗਾ। ਪਰ ਜੇ ਸਾਨੂੰ ਕੋਈ ਪੜਦਾਦੇ ਦੇ ਅੱਗੇ ਲੱਕੜ ਦਾਦੇ ਬਾਰੇ ਪੁੱਛੇ, 5-7 ਪਿਛੇ ਪੀੜ੍ਹੀਆਂ, ਤੇ ਮੇਰੇ ਖਿਆਲ ਸਾਨੂੰ ਕੁਰਸੀਨਾਮਾ ਲੱਭਣਾ ਪੈਣਾ। ਪਰ ਵਿਚਾਰਿਆਂ ਨੇ ਜ਼ੋਰ ਤੇ ਉਹਨਾਂ ਨੇ ਬਥੇਰਾ ਲਾਇਆ ਹੋਣਾ ਵੀ ਸਾਡਾ ਨਾਂ। ਉਹਨਾਂ ਦਾ ਛੱਡੋ, ਰਾਵਣ ਬਾਰੇ ਕਿੱਡੀ ਵੱਡੀ ਚਰਚਾ ਵੀ 1 ਲੱਖ ਪੂਤ 1.25 ਲੱਖ ਨਾਤੀ, ਤੇ ਰਾਵਣ ਘਰ ਦੀਆ ਨਾ ਬਾਤੀ। ਵੀ ਤੇਰੇ ਘਰ ਇੱਕ ਨਹੀਂ 2 ਹੋ ਜਾਣਗੇ, ਉੱਥੇ 1 ਲੱਖ ਪੁੱਤਰ ਤੇ 1.25 ਲੱਖ ਪੋਤਰਾ ਮੰਨਿਆ ਕਰ, ਪਰ ਅੱਜ ਉਹਦੇ ਘਰ ਕੋਈ ਦੀਵਾ ਬਾਲਣ ਵਾਲਾ ਹੈ ਹੀ ਨਹੀਂ। ਇਹ ਇੱਕ ਸਮਝਾਉਣ ਦਾ ਤਰੀਕਾ ਸੀ ਕਿ ਕਿਆ ਮੰਗੋ ਕਿ ਸਥਿਰ ਨਾ ਰਹਾਈ, ਦੇਖਤ ਨੈਣ ਚੱਲਿਓ ਜੱਗ। ਬੰਦਿਆ ਵਿਚਾਰ ਨੇਕ ਕਰ ਲਾ, ਤੇ ਨੇਕ ਵਿਚਾਰਾਂ ਨਾਲ ਨੇਕ ਕੰਮ ਕਰ ਲਾ। ਨਾ ਨੇਕ ਵਿਚਾਰ ਮਰਦੇ ਆ, ਤੇ ਨਾ ਨੇਕ ਕੰਮ ਮਰਦੇ ਆ। ਜਦੋਂ ਉਹ ਨਹੀਂ ਮਰਨਗੇ, ਤੂੰ ਕਿੱਦਾਂ ਮਰੇਂਗਾ ਬਈ? ਜਦੋਂ ਨੇਕ ਵਿਚਾਰ ਨਹੀਂ ਮਰਦੇ ਦੁਨੀਆ ਤੋਂ, ਜਦੋਂ ਨੇਕ ਵਿਚਾਰ ਨਹੀਂ ਮਰਨੇ, ਨੇਕ ਕੰਮ ਨਹੀਂ ਮਰਨੇ, ਸਰੀਰ ਚਲਾ ਜਾਣਾ, ਪਰ ਨੇਕ ਕੰਮਾਂ ਨੇ ਤੈਨੂੰ ਦੁਨੀਆ ਦੇ ਵਿੱਚ ਜਿਉਂਦੇ ਰੱਖਣਾ। ਇਸੇ ਨੂੰ ਆਖਿਆ ਸੀ ਨਾ, ਜੀਵਤ ਪੇਖੇ ਜਿਨੀ ਹਰ ਹਰ ਤੇ ਆਇਆ। ਇੱਕ ਬੰਨੇ ਬਾਣੀ ਕਹਿੰਦੀ ਰਹਿਣ ਨਾ ਪਾਵੇਂ ਸੁਰ ਨਰ ਦੇਵਾ, ਊਠ ਸੁਧਾਰਿਆ ਕਰ ਮੁਨ ਜਨ ਸੇਵਾ। ਸਾਰਿਆਂ ਚਲੇ ਜਾਣਾ ਹੈ। ਪਰ ਦੂਜੇ ਪਾਸੇ ਬਾਣੀ ਕਹਿੰਦੀ ਜੀਵਤ ਪੇਖੇ, ਮੈਂ ਅੱਖਾਂ ਨਾਲ ਜਿਉਂਦੇ ਵੇਖੇ ਨੇ। ਕੌਣ? ਜਿਨੀ ਹਰ ਹਰ ਤੇ ਆਇਆ, ਸਾਧ ਸੰਗ ਤੇ ਨਹੀਂ ਦਰਸ਼ਨ ਪਾਇਆ। ਜਿਹੜੇ ਸੱਚ ਨਾਲ ਜੁੜ ਗਏ ਉਹ ਜਿਉਂਦੇ ਨੇ, ਕਿਉਂਕਿ ਸੱਚ ਨਹੀਂ ਮਰਦਾ, ਤੇ ਸੱਚ ਨਾਲ ਜੁੜਨ ਵਾਲਾ ਵੀ ਕਦੀ, ਬੋਲੋ ਜੀ, ਨਹੀਂ ਮਰਦਾ। ਕਿਉਂਕਿ ਸੱਚ ਜਿਉਂਦਾ, ਤੇ ਸੱਚ ਨਾਲ ਜੁੜਨ ਵਾਲਾ ਵਿਅਕਤੀ ਵੀ ਹਮੇਸ਼ਾ ਹੀ ਜਿਉਂਦਾ। ਇੱਥੇ ਕਹਿੰਦੇ ਨੇ ਆਜ ਮਿਲਾਵਾ ਸ਼ੇਖ ਫਰੀਦ, ਟਾਕਮ ਕੁੰਜੜੀਆਂ ਮਨੋ ਮਚਿੰਦੜੀਆਂ, ਜੇ ਜਾਣਾ ਮਰ ਜਾਈਏ, ਜੇ ਜਾਣਾ ਮਰ ਜਾਈਏ। ਬੋਲਿਆ ਸ਼ੇਖ ਫਰੀਦ, ਭਗਤ ਫਰੀਦ ਜੀ ਇਹ ਗੱਲ ਕਹਿੰਦੇ ਨੇ। ਪਿਆਰੇ, ਇਹ ਪਿਆਰਾ ਕਿਹਨੂੰ ਕਿਹਾ? ਇੱਕ ਜੀਵ ਨੂੰ, ਵਿਅਕਤੀ ਨੂੰ। ਪਿਆਰੇ ਅੱਲਾ ਲੱਗੇ, ਅੱਲਾ ਨਾਲ ਲੱਗ, ਅੱਲਾ ਨਾਲ ਜੁੜ, ਸੱਚ ਨਾਲ ਜੁੜ। ਅੱਲਾ ਕਿੱਥੇ ਹੈ? ਤੇਰੇ ਅੰਦਰ। ਭਾਵ ਆਪਣੇ ਅੰਦਰ ਜਿਹੜੀ ਤੇਰੀ ਨੇਕ ਸੋਚ ਆ। ਕਈ ਕਹਿੰਦੇ ਰੱਬ ਕੀ ਆ? ਤੇਰੇ ਅੰਦਰ ਪੈਦਾ ਹੋਈ ਨੇਕ ਸੋਚ ਰੱਬ ਹੈ। ਬੰਦੇ ਅੰਦਰ ਨਾ, ਹਰ ਇੱਕ ਬੰਦੇ ਅੰਦਰ ਕਦੀ ਨਾ ਕਦੀ ਨੇਕ ਖਿਆਲ ਪੈਦਾ ਹੁੰਦਾ ਹੋਏਗਾ। ਉਹਦਾ ਨੇਕ ਖਿਆਲ ਤੇਰੇ ਅੰਦਰ ਉਤਪੰਨ ਹੋ ਰਿਹਾ ਨਾ, ਉਹ ਤੇਰੇ ਅੰਦਰ ਪਰਮੇਸ਼ਰ ਹੈ। ਪਰ ਤੂੰ ਉਹਨੂੰ ਨੱਪ ਦੇਣਾ, ਨੱਪ ਕੇ ਤੂੰ ਬੁਰੇ ਖਿਆਲ ਮੁਤਾਬਕ ਕੰਮ ਕਰ ਲੈਣਾ, ਫਿਰ ਨੇਕੀ ਦੇ ਉੱਤੇ ਬਦੀ ਦੀ ਚੜ੍ਹਾਈ ਹੋ ਜਾਂਦੀ ਹੈ। ਫਿਰ ਬਾਣੀ ਇੱਦਾਂ ਕਹਿੰਦੀ ਕਰਮੀ ਆਪੋ ਆਪਣੀ ਕੇ ਨੇੜਾ। ਇਹ ਗੱਲ ਦਾ ਯਾਦ ਰੱਖਣਾ, ਕਰਮ ਕਰਨ ਤੋਂ ਪਹਿਲਾਂ ਇਨਸਾਨ ਆਜ਼ਾਦ ਹੈ, ਪਰ ਕਰਮ ਕਰਨ ਤੋਂ ਬਾਅਦ ਬੰਦੇ ਦੀ ਆਜ਼ਾਦੀ ਖਤਮ ਹੋ ਗਈ। ਜਿਹਨੂੰ ਇੱਦਾਂ ਕਹਿ ਲਓ, ਜ਼ੁਬਾਨ ਮੂੰਹ 'ਚੋਂ ਸ਼ਬਦ ਕੱਢਣ ਤੋਂ ਪਹਿਲਾਂ ਸ਼ਬਦ ਸਾਡਾ ਗੁਲਾਮ ਆ, ਤੇ ਸ਼ਬਦ ਜ਼ੁਬਾਨ 'ਚੋਂ ਬਾਹਰ ਨਿਕਲਣ ਤੋਂ ਬਾਅਦ ਅਸੀਂ ਸ਼ਬਦ ਦੇ ਗੁਲਾਮ ਹੋ ਗਏ। ਜੇ ਸ਼ਬਦ ਮਾੜਾ ਬੋਲਿਆ ਗਿਆ ਤਾਂ ਬੰਦੇ ਨੂੰ ਕਈ ਵਾਰੀ ਸੌਰੀ ਵੀ ਕਹਿਣਾ ਪੈਂਦਾ, ਪਰ ਜਦੋਂ ਤੱਕ ਸ਼ਬਦ ਨਹੀਂ ਬੋਲਿਆ, ਸ਼ਬਦ ਤੁਹਾਡਾ ਗੁਲਾਮ ਸੀ। ਜਿਹਨੂੰ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ, ਪਹਿਲਾਂ ਤੋਲੋ ਫਿਰ ਬੋਲੋ, ਪਹਿਲਾਂ ਤੋਲ ਲਓ ਫਿਰ ਬੋਲੋ। ਪਰ ਇਦਾਂ ਹੁੰਦਾ ਨਹੀਂ, ਬੰਦਾ ਦਵਾ ਦਵ ਗੱਲ ਨੂੰ
ਪਰਿਵਾਰਾਂ 'ਚ ਵੀ ਤੇ ਕਈ ਵਾਰੀ ਸਮੱਸਿਆ ਇਹੋ ਹੁੰਦੀ ਹੈ ਨਾ, ਹੈਗਾ ਤੇ ਜ਼ੁਬਾਨ ਦਾ ਮਾਸ ਦਾ ਟੁਕੜਾ ਹੀ ਹੈ, ਪਰ ਜਿਹੜੇ ਪਿੱਛੇ ਵਿਚਾਰ ਉਤਪੰਨ ਹੁੰਦੇ ਨੇ ਜ਼ੁਬਾਨ ਦਵਾ ਦਵਾ ਉਹ ਸ਼ਬਦ ਬੋਲ ਦਿੰਦੀ ਹੈ। ਹੁਣ ਇੱਥੇ ਕਿੱਡਾ ਪਿਆਰਾ ਸ਼ਬਦ ਨੇ, ਪਿਆਰੇ ਅੱਲਾ ਲੱਗੇ, ਅੱਲਾ ਨਾ ਲੱਗ, ਸੱਚ ਨਾ ਜੁੜ, ਇਹ ਤਨ ਹੋਸੀ ਖਾਕ, ਇਹ ਤਨ ਖਾਕ ਦੀ ਢੇਰੀ, ਮਰਨ ਤੋਂ ਬਾਅਦ ਤੇ ਬਣਨੇ ਬਣਨਾ, ਪਰ ਇੱਥੇ ਸ਼ਬਦ ਕੀ ਵਰਤਿਆ, ਇਹ ਤਨ ਹੋਸੀ ਖਾਕ ਨਿਮਾਣੀ ਗੌਰ ਕਰੇ। ਜੇ ਤੂੰ ਅੱਲਾ ਨਾਲ ਨਹੀਂ ਜੁੜੇਗਾ, ਜਿਉਂਦੇ ਜੀ ਹੀ ਤੇਰਾ ਤਨ ਖਾਕ ਦੀ ਢੇਰੀ ਵਰਗਾ ਹੈ। ਬਾਣੀ ਦੇ ਪਹਿਲਾਂ ਸ਼ੁੱਧ ਪਾਠ ਹੈ, ਫਿਰ ਅਰਥ ਨੇ, ਫਿਰ ਭਾਵ ਅਰਥ ਨੇ। ਜਿਵੇਂ ਤਿੱਚਰ ਵਸੈ ਸੁਹੇਲੜੀ, ਜਿੱਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂ ਰਾੜ। ਜਦੋਂ ਤੱਕ ਬੰਦੇ ਅੰਦਰ ਸੱਚ ਵਸਦਾ, ਬੰਦਾ ਜਿਉਂਦਾ ਹੈ। ਸੱਚ ਕੱਢ ਦੋ ਤੇ ਬੰਦਾ ਖਾਕ ਦੀ ਢੇਰੀ ਹੈ। ਜਿਉਂਦੇ ਜੀ ਬੰਦਾ ਮਿੱਟੀ ਹੈ, ਜਿਉਂਦੇ ਜੀ ਬੰਦੇ ਦੀ ਕੋਈ ਵੈਲਿਊ ਨਹੀਂ ਜੇ ਬੰਦੇ ਦੇ ਵਿੱਚ ਸੱਚ ਦੀ ਵਿਚਾਰ ਨਹੀਂ। ਤਿੱਚਰ ਵਸੈ ਸੁਹੇਲੜੀ, ਜਿੱਚਰ ਸਾਥੀ ਨਾਲ, ਸਾਥੀ ਕੌਣ ਹੈ, ਸੱਚ। ਜਦੋਂ ਤੱਕ ਬੰਦੇ ਦੇ ਅੰਦਰ ਸੱਚ ਰੂਪੀ ਸਾਥੀ ਵਸਦਾ ਹੈ, ਗੁਣਾ ਰੂਪੀ ਸਾਥੀ ਵਸਦਾ ਹੈ, ਬੰਦਾ ਬੜਾ ਸੁਖੀ ਹੈ। ਜਾਂ ਸਾਥੀ ਉੱਠੀ ਚੱਲਿਆ, ਜਦੋਂ ਗੁਣਾ ਦਾ ਸਾਥੀ ਉੱਠ ਕੇ ਤੁਰ ਪਿਆ ਤਾਂ ਧਨ ਖਾਕੂ, ਬੰਦਾ ਹੀ ਖਾਕ ਦੀ ਢੇਰੀ ਬਣ ਗਿਆ। ਬੰਦੇ ਨੂੰ ਕੌਣ ਪੁੱਛਦਾ ਮੁੜ ਕੇ, ਆਂਦਾ ਛੱਡ ਬੰਦੇ ਜੋ ਗੁਣ ਨਿਕਲ ਗਿਆ। ਗੁਣਾ ਦੀ ਸਾਰੀ ਸਾਂਝ ਹੈ। ਗੁਣ ਹੋਵੇ ਤੇ ਮਾਂ ਕਹਿੰਦੀ ਪੁੱਤ ਮੇਰਾ ਹੈ, ਇਹ ਮੇਰਾ ਬੇਟਾ ਹੈ, ਇਹ ਮੇਰੀ ਧੀ ਹੈ, ਇਹ ਮੇਰੀ ਪਤਨੀ ਹੈ, ਮੇਰਾ ਪਤੀ ਹੈ, ਇਹ ਮੇਰੀ ਭੈਣ ਹੈ, ਮੇਰਾ ਭਰਾ ਹੈ। ਗੁਣ ਨਾ ਹੋਵੇ ਤੇ ਜਨਮ ਦੇਣ ਵਾਲੇ ਵੀ ਉਹਦੇ ਤੋਂ ਮੂੰਹ ਮੋੜ ਜਾਂਦੇ ਨੇ। ਆਪਣੇ ਘਰ ਰੀਝਾਂ ਨਾਲ ਲਿਆਂਦਾ ਹੋਇਆ ਪਸ਼ੂ ਵੀ ਘਰੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਜੇ ਉਹਦੇ ਵਿੱਚ ਕੁਆਲਿਟੀ ਨਹੀਂ ਹੋਊਗੀ। ਦੁੱਧ ਬਿਨ ਧੇਨ, ਪੰਖ ਬਿਨ ਪੰਖੀ। ਬੋਲੇ ਸ਼ੇਖ ਫਰੀਦ ਪਿਆਰੇ ਅੱਲਾ ਲੱਗੇ, ਇਹ ਤਨ ਹੋਸੀ ਖਾਕ ਨਿਮਾਣੀ ਗੌਰ ਕਰੇ। ਜਿਉਂਦੇ ਜਿਹੀ ਤੂੰ ਗੌਰ, ਨਿਮਾਣੀ ਗੌਰ ਕਰੇ, ਭਾਵ ਜਿਉਂਦੇ ਜਿਹੀ ਤੂੰ ਕਬਰਸਤਾਨ ਬਣ ਜਾਏਗਾ ਜੇ ਤੇਰੇ ਅੰਦਰ ਸੱਚ ਦੀ ਵਿਚਾਰ ਹੈ ਨਹੀਂ। ਫਿਰ ਕੀ ਕਰੀਏ? ਆਪਣੀ ਜ਼ਿੰਦਗੀ ਜੇ ਜਾਣਾ ਮਰ ਜਾਈਏ। ਜੇ ਪਤਾ ਵਾ ਕਿ ਗਲਤ ਰਸਤੇ ਤੁਰਿਆ ਬੰਦਾ ਆਤਮਿਕ ਤੌਰ ਤੇ ਮਰ ਜਾਂਦਾ, ਪਤਾ ਨਹੀਂ ਹੁੰਦਾ ਬੰਦੇ ਨੂੰ, ਸਾਰਾ ਪਤਾ ਵੀ ਜੇ ਮੈਂ ਇਸ ਰਸਤੇ ਤੋਂ ਤੁਰਾਂਗਾ ਤੇ ਨੁਕਸਾਨ, ਪਰ ਬੰਦਾ ਜਾਣ ਕੇ ਕਈ ਵਾਰੀ ਪੰਗੇ ਲੈਂਦਾ ਨਾ। ਪਤਾ ਵੀ ਹੁੰਦਾ ਵੀ ਜੇ ਮੈਂ ਇਸ ਰਸਤੇ ਤੁਰਾਂਗਾ ਇਹਦਾ ਨਤੀਜਾ ਗਲਤ ਹੋ ਸਕਦਾ ਹੈ। ਜੇ ਜਾਣਾ, ਜੇ ਮੈਂ ਜਾਣਦਾ ਹਾਂ ਕਿ ਇਸ ਰਸਤੇ ਤੁਰਿਆ ਮੈਂ ਆਤਮਿਕ ਤੌਰ ਤੇ ਮਰਾਂਗਾ ਹੀ ਮਰਾਂਗਾ, ਮੇਰਾ ਨੁਕਸਾਨ ਹੋਣਾ ਹੀ ਹੋਣਾ ਹੈ। ਜੇ ਜਾਣਾ ਮਰ ਜਾਈਏ। ਕਹਿੰਦੇ ਘੁੰਮ ਨਾ ਆਈਏ ਦਾ ਅਰਥ ਹੈ ਭੁੱਲ ਕੇ ਵੀ ਕਦੀ ਉਸ ਰਸਤੇ ਤੇ ਨਾ ਪਈਏ, ਝੂਠੀ ਦੁਨੀਆ ਲੱਗ ਨਾ ਆਪ ਮਜਾਈਏ। ਇਹ ਵਕਾਰਾਂ ਵਾਲੀ ਝੂਠੀ ਦੁਨੀਆ ਦੇ ਨਾਲ ਜੁੜ ਕੇ ਕਦੀ ਵੀ ਆਪਣੇ ਆਪ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ। ਫਿਰ ਕੀ ਕਰੀਏ? ਬੋਲੀਏ ਸੱਚ ਧਰਮ, ਬੋਲੀਏ ਸੱਚ ਧਰਮ, ਆਪਣੀ ਜ਼ਿੰਦਗੀ ਦੇ ਵਿੱਚ ਸੱਚ ਦਾ ਪੱਲਾ ਫੜੀਏ। ਬੋਲੀਏ ਸੱਚ ਧਰਮ, ਕੀ ਕਰੀਏ? ਝੂਠ ਨਾ ਬੋਲੀਏ। ਫਿਰ ਕੀ ਕਰੀਏ? ਜੋ ਗੁਰ ਦੱਸੈ ਵਾਟ ਮੁਰੀਦਾਂ ਜੋਲੀਏ। ਜੋ ਗੁਰੂ ਰਸਤਾ ਦੱਸੇ ਅੱਖਾਂ ਮੀਟ ਕੇ ਉਸ ਰਸਤੇ ਤੇ ਤੁਰ ਪਓ। ਪਰ ਅੱਜ ਜੋ ਗੁਰੂ ਰਸਤਾ ਦੱਸਦਾ ਹੈ ਉਹ ਸਾਨੂੰ ਤੁਰਨ ਵਾਲੇ ਨੂੰ ਰਸਤਾ ਪਸੰਦ ਹੈ ਨਹੀਂ। ਅੱਜ ਨੁਕਸਾਨ ਇੱਥੇ ਹੈ। ਅੱਜ ਬੰਦੇ ਕੋਲ ਸਭ ਕੁਝ ਹੋਣ ਤੋਂ ਬਾਅਦ ਵੀ ਅੱਜ ਬੰਦਾ ਆਵਾਜ਼ਾਰ ਕਿਉਂ ਹੈ? ਮਾੜਾ ਜਿਹਾ ਨੁਕਸਾਨ ਹੁੰਦਾ ਹੈ, ਮੈਂ ਆਤਮ ਹੱਤਿਆ ਕਰ ਲੱਗਾ, ਮੈਂ ਖਤਮ ਹੋਣ ਲੱਗਾ ਆਪਣੇ ਆਪ ਨੂੰ। ਕੀ ਦੁਨੀਆ ਦੇ ਪਦਾਰਥਾਂ ਨਾਲ ਤੇਰੀ ਜ਼ਿੰਦਗੀ ਹੈ? ਇੱਥੇ ਖਨੀ ਰੋਟੀ ਤੇ ਗੁਜ਼ਾਰਾ ਕਰਨ ਵਾਲਾ ਵੀ ਸਿੱਖ ਹੋ, ਮਾਵਾਂ ਨੇ ਆਪਣਾ ਅਕੀਦਾ ਨਹੀਂ ਡੁਲਾਇਆ। ਅੱਜ ਮਾੜੀ ਜਿਹੀ ਚੀਜ਼ ਆਉਂਦੀ ਹੈ ਤੇ ਬੰਦਾ ਕਹਿੰਦਾ ਡਿਪਰੈਸ਼ਨ ਦਾ ਸ਼ਿਕਾਰ। ਇਹ ਕਿੱਥੋਂ ਆਇਆ ਸਾਰਾ ਕੁਝ? ਕਿਉਂਕਿ ਜਿੰਨਾ ਧਿਆਨ ਅਸੀਂ ਸਰੀਰ ਦੀ ਖੁਰਾਕ ਵਾਲੇ ਬੰਨੇ ਦਿੰਦੇ ਹਾਂ ਉਹ 'ਚੋਂ 5-7% ਵੀ ਕਿਤੇ ਆਪਣੇ ਮਨ ਦੀ ਖੁਰਾਕ ਵਾਲੇ ਬੰਨੇ ਧਿਆਨ ਦੇਈਏ, ਮਨ ਸਟਰੋਂਗ ਹੋ ਸਕਦਾ ਹੈ। ਜ਼ਿੰਦਗੀ ਮੁਸ਼ਕਿਲਾਂ ਦਾ ਨਾਮ ਹੈ, ਇਹ 'ਚੋਂ ਮੁਸ਼ਕਿਲਾਂ ਬਾਹਰ ਕੱਢ ਦੋ ਤਾਂ ਜ਼ਿੰਦਗੀ ਥੋੜ੍ਹਾ ਹੈ। ਦੁੱਖ ਸੁੱਖ ਉਤਰਾ ਚੜਾ ਇਹਨੂੰ ਜ਼ਿੰਦਗੀ ਕਹਿੰਦੇ ਨੇ। ਦੁੱਖ ਵੀ ਆਏਗਾ, ਸੁੱਖ ਵੀ ਆਏਗਾ, ਖੁਸ਼ੀ ਵੀ ਆਏਗੀ, ਗਮੀ ਵੀ ਆਏਗੀ। ਗੁਲਦਸਤਾ ਬਣਦਾ ਹੀ ਤਾਂ ਹੈ। ਇੱਕੋ ਹੀ ਫੁੱਲ ਲਾ ਦਿਓ ਗੁਲਦਸਤਾ ਨਹੀਂ ਬਣੇਗਾ। ਹਰ ਇੱਕ ਚੀਜ਼ ਹੋਏਗੀ। ਜਦੋਂ ਕੋਈ ਸ਼ਹਿਰ ਦੀ ਵਸੋਂ ਹੁੰਦੀ ਹੈ ਨਾ, ਜਦੋਂ ਕੋਈ ਸ਼ਹਿਰ ਬਣਦਾ, ਜਦੋਂ ਕੋਈ ਪਿੰਡ ਬਣਦਾ ਹੈ, ਉੱਥੇ ਹੌਸਪੀਟਲ ਵੀ ਬਣਦੇ ਆ, ਵਿਦਿਅਕ ਅਦਾਰੇ ਸਕੂਲ ਵੀ ਬਣਦੇ ਆ, ਨਾਲ ਜੇਲ੍ਹਾਂ ਵੀ ਬਣਦੀਆਂ ਨੇ। ਉੱਥੇ ਇੱਕ ਬੰਦਾ ਕਹੇ ਲੈ ਦੱਸ ਇਹ ਜੇਲ੍ਹ ਪਹਿਲਾਂ ਹੀ ਬਣਾਤੀ ਹੈ, ਪਤਾ ਵੀ ਕ੍ਰਾਈਮ ਹੋਏਗਾ। ਭਾਈ ਸਾਰਾ ਕੁਝ ਇਕੱਠਾ ਹੋਣਾ ਹੈ। ਹੌਸਪੀਟਲ ਵੀ ਬਣਨੇ ਨੇ, ਜੇਲ੍ਹਾਂ ਵੀ ਹੋਣੀਆਂ ਨੇ, ਸਕੂਲ ਵੀ ਬਣਨੇ ਨੇ, ਸਾਰਾ ਕੁਝ ਹੋਏਗਾ। ਜ਼ਿੰਦਗੀ ਵਿੱਚ ਦੁੱਖ ਵੀ ਆਉਣਾ ਤੇ ਸੁੱਖ ਵੀ ਆਉਣਾ, ਉਤਰਾਅ ਵੀ ਆਉਣੇ, ਚੜ੍ਹਾਅ ਵੀ ਆਉਣੇ ਨੇ, ਖੁਸ਼ੀ ਵੀ ਆਏਗੀ, ਗਮੀ ਵੀ ਆਏਗੀ। ਤੂੰ ਆਪਣੇ ਆਪ ਨੂੰ ਇੰਨਾ ਤਗੜਾ ਕਰ ਲਾ, ਜਿਸ ਦਿਨ ਖੁਸ਼ੀ ਆਵੇ ਉਸ ਦਿਨ ਉਛਲੇ ਨਾ,
जिस दिन दुख आवे उस दिन घबरावे ना। जे तू रोज़ ये कही जावे हाए दुख ना आवे, हाए दुख ना आवे, ना दुख सुख आने ने। तगड़ा कर अपने आप को, जिन्ना स्ट्रॉन्ग करेगा, जिन्ना अपने आप को दुख नालों अपने आप को वड्डा कर ला। मुसीबतां दुख तकलीफां असी जरूर रोज़ जिहड़ी प्रेयर करनी है ना भी मैनूं तकलीफ ना आवे, दा मतलब सी मैं अपने आप को तगड़ा करा, अपने आप को वाचां, अपने आप को समझा सकां। ये सानूं गुरु पातशाह की बाणी सिखाउंदी है। जिहड़ी असी अरदास भी रोज़ाना करदे उहदा मतलब सी उन्हां पंजां प्यारियां वर्गी, चार साहिबजादियां वर्गी दृढ़ता, भरोसा, विश्वास मेरे अंदर बज सके। सुने ते शब्द है जो गुर दसे वाट मुरीदां कि अज जो गुरु रस्ता दसदा है वो सानूं पसंद है। अज तो जोर लगा होया साडा भी रस्ता जिहड़ा असीं दसदे हां ਉਹ ते किते सानूं हुण गुरु दस रहा भी तेरे घर धी होनी, इहनूं प्रवान कर ला। मेरा जोर लगा होया भी वो धी तो की बन जाए, उच्ची बोलो जी, पुत बन जाए। मेरा जोर इस गल ते लगा होया। हुण कदी कदी मार्ग ते भी छड्डना चाहिए। सच्चा पातशाह बहुत दुनिया ते बंदे तुहाडे विचों सैकड़े दुनिया विच सैकड़े लोग होणगे जिन्हां ने कुछ मंग के नहीं लिया होएगा, वो अज संतुष्ट होणगे। ते कई नूं वहम पै जांदा जो कुछ हैगा अज मैं मंगिया सी। नहीं, ये भुलेखा है प्यारिया। आ शरीर मंग के लिया तू, ये तैनूं मिल गया है। तू अपने शरीर वाले वेख, तू अज किसी नूं एक खून की बोतल दिना है, तू खाना खाना है, 24-25 घंटिया बाद अपने आप ही तेरी बॉडी नवा खून तैयार कर। तू शरीर नूं कहना है क्या एक मैं तेरे विचों इन्ना खून कढ़िया बना दे। सिस्टम बनया होया उस मालक का, ये नेम है, कुदरत का कानून है, अपने आप ही सब कुछ तुरया होना। तू ईमानदारी नाल काम करदा जा, फल की इच्छा ना कर, अपने आप को तगड़ा कर, सब कुछ मिलेगा जे तेरी नीयत साफ है। ते एक धरती है ना, जे उन्होंने भी आप गोढ़ीए बीज पाईए तो भी सानू उहदा नतीजा, उहदा जिहड़ा फल वा वापस दिंदी है। जिवें बन जाए काम करो दो करो बसोले गोडो धरती। आ जिहड़े बच्चे स्टडियां करते हैं, मेहनत करते, अद्धी अद्धी रात तक जाके पढ़ते हैं, मेहनत कर रहे हैं ना, एक वक्त आउंदा लोग लैना च ला के उन्होंने मिलते हैं। मेहनत की बच्चे ने कित्थों दा कित्थे पहुँच गया। बच्चे ने कई बच्चे तुसीं वेखे होणगे अपार हो जाते हैं, हैंडीकैप हो जाते हैं, उच्च अदारियां तक पहुँचते हैं। उन्होंने अपने आप को संकेत, उन्होंने अपने ब्रेन में मैसेज नहीं दिता तेरे नाल घटना वापरी है। मैं एक दिन इंटरनेट पर वेख रहा सी, एक बच्चा IPS की स्टडी कर रहा है, जिदन का एग्जाम से एक्सीडेंट हो जाता है, उन्होंने एग्जाम च बैठन नहीं देंगे। उन्हें तरला लिया, कहता जी मैं एग्जाम च बहना चाहुंदा। कहते तू किद्दां लिखेगा, तेरे सट्टां लगियां ने। वो कहता जी मेरी रिक्वेस्ट है, मैं बड़ी मेहनत नाल इत्थे पहुंचिया। जदों वो पास होया, उच्चे अहुदे ते पहुंचा, उन्हें इंटरव्यू दी, कहता जिदन मेरा एक्सीडेंट होया सी मैं अपने ब्रेन तक मैसेज जान नहीं दिता कि तू तेरा कोई नुकसान होया है, सारी खेड बंदे तेरे अपने मन की है। जदों तू अपने मन नूं ढैंदी कला च लैके जाना उदों दुख तेरे उत्ते हण चढ़दे आ। जदों तेरा मन चढ़दी कला च हुंदा फिर दुख तेरे अगे ला के भज पैंदे आ। इहो ते अरदास का मतलब की है, तगड़े करना अपने आप नूं। सत संतोख होवे अरदास तां सुन सद बहाले पास। बाणी साडी तैयारी है, गुरु सानू जो राह विखाउंदा सानू अंदरों स्ट्रॉन्ग करदा, तगड़ा करदा भी तगड़ा हो जा। दुख तकलीफां थल्ले रह जाणियां ने, तू इन्हां नूं पार करके याद रखना। जिस इंसान नूं जिन्नी चीज़ सौखी ते सस्ती मिली होवे उन्नी उहदी कदर नहीं करदा। जिन्नी किसी बंदे नूं मेहनत नाल मशक्कत नाल वो चीज़ हासिल होई होवे ना, वो फिर अपनी पीढ़ियां नूं उदाहरणां दे के समझाउंदा आ जो कुछ अज तुहाडे कोल है ना काका, इनू प्राप्त कर ली मैनू किन्ने साल किन्ने घंटे मेहनत करनी पई है। 10 पातशाहियां विचों सब तो वध असीं जिक्र गुरु 5वें पातशाह दा, गुरु 10वें पातशाह दा क्यों करते हैं? गुरु पातशाह ते अरदास वाली वेख लो तुसीं। साहिबजादे तो सारे गुरुआं दे हैगे ने, ये 4 साहिबजादे, ये सिर्फ 4 साहिबजादियां दा जिक्र ही क्यों? कभी मन च सवाल आया? साहिबजादे ते गुरु नानक साहिब दे भी हैगे, साहिबजादे ते गुरु अंगद साहिब दे भी हैगे, गुरु अमरदास दे भी हैगे, गुरु रामदास दे भी साहिबजादे हैगे आ, गुरु हरगोबिंद पातशाह दे भी साहिबजादे हैगे आ। पर 10वें पातशाह दे 4 साहिबजादियां दा जिक्र क्यों आया? एक कहना भी सौखा है तो सुनना भी सौखा है। बाप लागों दी लंघ रहा होवे ते साहिबजादे दी लाश पई होवे ते 2 गज कपड़ा भी उन्हां साहिबजादे ने तन ते ना पाया होवे। कदी मन च सोचिया? कभी मन च चीज़ का सवाल आया? जो चमकौर साहब की गढ़ी चो गुरु गोबिंद सिंह सच्चे पातशाह महाराज निकले ने
ਤੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦੀਆਂ ਲਾਸ਼ਾਂ ਪਈਆਂ ਹੋਈਆਂ ਨੇ ਜਦੋਂ ਉਸ ਰਾਤ ਨਿਕਲੇ ਨੇ। ਸਾਡੇ ਆਪਣੇ ਇਲਾਕੇ ਵਿੱਚ ਕੋਈ ਬੰਦੇ ਨੂੰ ਜਾਣਦਾ ਵੀ ਨਾ ਹੋਵੇ, ਉਹਦੀ ਵੀ ਡੈਥ ਹੋ ਜਾਵੇ, 4 ਬੰਦੇ ਰਲ ਕੇ ਸੰਸਕਾਰ ਕਰਦੇ ਆ। ਕਦੀ ਹਿਸਟਰੀ ਪੜ੍ਹ ਕੇ ਵੇਖਿਓ ਵੱਡੇ ਸਾਹਿਬਜ਼ਾਦਿਆਂ ਸੰਸਕਾਰ ਕਿੱਦਾਂ ਹੋਇਆ। ਸੰਸਕਾਰ ਵੀ ਕੰਪਲੀਟ ਨਹੀਂ ਸੀ ਹੋਇਆ। ਬੀਬੀ ਸ਼ਰਨ ਕੌਰ ਨੇ ਸੰਸਕਾਰ ਕੀਤਾ, ਉਹ ਵੀ ਮੁਕੰਮਲ ਨਹੀਂ ਸੀ ਹੋਇਆ। ਰਾਮਪੁਰਾ ਫੂਲ ਦੇ ਤਰਲੋਕਾ ਤੇ ਰਾਮਾ ਦੋਨਾਂ ਆਣ ਕੇ ਮੁਕੰਮਲ ਸੰਸਕਾਰ ਕੀਤਾ ਸੀ। ਗੁਰੂ ਸਾਹਿਬ ਇੰਨੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਵੀ ਪਾਤਸ਼ਾਹ ਦਾ ਭਰੋਸਾ ਤੇ ਅਕੀਦਾ ਕਿੱਡਾ ਤਗੜਾ ਸੀ, ਵਿਸ਼ਵਾਸ ਕਿੱਡਾ ਤਗੜਾ ਸੀ। ਸਾਰਾ ਕੁਝ ਵਾਪਰਨ ਤੋਂ ਬਾਅਦ ਵੀ ਪਾਤਸ਼ਾਹ ਜੀ ਘਬਰਾਏ ਤੇ ਡੋਲੇ ਨਹੀਂ। ਇੱਥੇ ਖਾਂਦਿਆਂ ਪੀਂਦਿਆਂ ਸਭ ਕੁਝ ਕਰਦਿਆਂ ਵੀ ਬੰਦਾ ਸ਼ਿਕਵੇ ਤੇ ਗਿਲੇ ਕਰੀ ਜਾਂਦਾ ਹੈ। ਗੱਲ ਜ਼ਿੰਦਗੀ ਕਿੱਦਾਂ ਜਿਉਣੀ ਹੈ, ਤਗੜੇ ਹੌਸਲਾ ਬੁਲੰਦ ਯਾਦ ਉਹਨਾਂ ਨੂੰ ਕੀਤਾ ਜਾਂਦਾ ਹੈ ਜਿਹੜੇ ਮੁਸ਼ਕਿਲਾਂ ਝੱਲ ਕੇ ਕਾਮਯਾਬੀਆਂ ਤੱਕ ਪਹੁੰਚਦੇ ਨੇ। ਜਿੰਨੀ ਸੌਖੀ ਤੇ ਅੱਜ ਆਪਾਂ ਆਪਣੇ ਬੱਚਿਆਂ ਨੂੰ ਨਹੀਂ ਕਹਿੰਦੇ ਪੁੱਤਰ ਅੱਜ ਚੀਜ਼ ਮੰਗਦੇ ਹੋ ਮਿੰਟਾਂ ਸਕਿੰਟਾਂ 'ਚ ਤੁਹਾਨੂੰ ਲਿਆ ਕੇ ਦੇ ਦਿੰਦੇ ਆ। ਅਸੀਂ ਕਦੀ ਇਹਨਾਂ ਚੀਜ਼ਾਂ ਨੂੰ ਤਰਸਦੇ ਹੁੰਦੇ ਸੀ ਤੇ ਸਾਨੂੰ ਸਾਡੇ ਮਾਂ-ਬਾਪ ਕੋਲੋਂ ਚੀਜ਼ਾਂ ਮਿਲਦੀਆਂ ਨਹੀਂ ਸੀ ਹੁੰਦੀਆਂ। ਤੇ ਜਿੰਨੀ ਕੋਈ ਸਸਤੀ ਵਸਤੂ ਮਿਲਦੀ ਹੈ ਉਨੀ ਉਹਦੀ ਕਦਰ ਵੀ ਬੰਦਾ ਛੇਤੀ ਨਹੀਂ ਕਰਦਾ। ਮੈਂ ਕਦੀ ਕਦੀ ਸੋਚਦਾ ਸ਼ਾਇਦ ਸਿੱਖੀ ਦੀ ਗੱਲ ਵੀ ਇਹੋ ਹੀ ਆ। ਜਦੋਂ ਸਾਡੇ ਕੰਨ ਦੇ ਲਾਗੇ ਕਿਸੇ ਨੇ ਗਨ ਰੱਖੀ ਹੋਏਗੀ, ਜਦੋਂ ਸਾਨੂੰ ਕੋਈ ਮਾਰਨ ਪੈਂਦਾ ਹੋਏਗਾ, ਜਿਨ੍ਹਾਂ ਕੰਟਰੀਆਂ 'ਚ ਦਸਤਾਰਾਂ ਵਾਸਤੇ ਅਗਲੇ ਕੇਸ ਲੜਦੇ ਪਏ ਨੇ, ਉੱਥੇ ਅਗਲਾ ਕਹਿੰਦਾ ਆ ਜਾ ਫਿਰ। ਜਿੱਥੇ ਦਸਤਾਰ ਨੂੰ ਚੁਣੌਤੀ ਕਰਦਾ ਅਸੀਂ ਬੰਨਾਂਗੇ। ਜਿੱਥੇ ਸਸਤੀਆਂ ਹੋ ਜਾਂਦੀਆਂ ਨੇ ਉੱਥੇ ਬੰਦਾ ਨਾ ਕੇਸ ਦੀ, ਨਾ ਦਸਤਾਰ ਦੀ, ਨਾ ਸਿੱਖੀ ਦੀ, ਨਾ ਵਿਚਾਰ ਦੀ, ਨਾ ਸਿਧਾਂਤ ਦੀ, ਨਾ ਬੋਲੀ ਦੀ ਪਰਵਾਹ ਨਹੀਂ ਕਰਦਾ। ਕਹਿੰਦਾ ਕੋਈ ਗੱਲ ਨਹੀਂ। ਪਰ ਫਰਕ ਪੈਂਦਾ ਕੌਮੀਅਤ ਦਾ। ਜਦੋਂ ਅਸੀਂ ਕੌਮ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਆਪਣੇ ਗੁਰੂ ਸਿਧਾਂਤ ਦੀ ਗੱਲ ਕਰਦੇ ਹਾਂ, ਉਦੋਂ ਮਾਣ ਨਾਲ ਸਿਰ ਉੱਚਦਾ ਜਾਣਾ ਸਾਰਿਆਂ ਨੇ ਹੈ। ਇੱਥੇ ਰਹਿਣਾ ਕਿਸੇ ਨੇ ਨਹੀਂ, ਸਮੇਂ ਦੇ ਨਾਲ ਸਾਰਿਆਂ ਚਲੇ ਜਾਣਾ ਹੈ। ਪਰ ਯਾਦ ਉਹਨਾਂ ਨੂੰ ਕੀਤਾ ਜਾਣਾ ਹੈ ਜਿਨ੍ਹਾਂ ਨੇ ਕੁਝ ਸੰਸਾਰ 'ਤੇ ਚੰਗਾ ਕੀਤਾ ਹੈ। ਆਓ ਚੰਗਿਆਂ 'ਚ ਨਾਮ ਲਿਖਾਈਏ। ਜੋ ਗੁਰ ਦੱਸੇ ਵਾਟ ਮੁਰੀਦਾਂ ਜੋਲੀਏ, ਸ਼ੈਲ ਲਗੰਦੇ ਪਾਰ ਗੋਰੀ ਮਨ ਧੀਰਿਆ। ਨਦੀ ਪਾਰ ਕਰਦਿਆਂ ਜਦੋਂ ਕੋਈ ਨਦੀ ਪਾਰ ਕਰਦਾ ਤੇ ਕਮਜ਼ੋਰਾਂ ਦੇ ਮਨ 'ਚ ਵੀ ਚਾਅ ਪੈਦਾ ਹੁੰਦਾ। ਜਦੋਂ ਕੋਈ ਤੁਹਾਡੇ ਲਾਗੇ ਸੱਚੇ ਰਸਤੇ ਤੇ ਤੁਰਦਾ ਹੈ ਤੇ ਫਿਰ ਆਮ ਬੰਦੇ ਦੇ ਦਿਮਾਗ 'ਚ ਆਉਂਦਾ ਉਹ ਜੇ ਇਹ ਸੁਧਰ ਸਕਦਾ ਮੈਨੂੰ ਕੀ ਹੋਇਆ, ਜੇ ਇਹ ਬੰਦਾ ਇਸ ਬੰਨੇ ਤੁਰ ਸਕਦਾ ਮੈਂ ਕਿਉਂ ਨਹੀਂ ਤੁਰ ਸਕਦਾ। ਕੰਚਨ ਵੰਨੇ ਪਾਸੇ ਕਲਵਤ ਚੀਰਿਆ। ਫਿਰ ਉਹ ਸੱਚ ਵਾਲੇ ਬੰਨੇ ਤੁਰ ਕੇ ਆਪਣੇ ਆਪ ਨੂੰ ਬੁਰਾਈ ਤੋਂ ਇੱਦਾਂ ਪਰਾਂ ਕਰ ਲੈਂਦੇ ਨੇ ਜਿਵੇਂ ਕੋਈ ਆਰੇ ਨਾਲ ਵਸਤੂ ਚੀਰ ਕੇ ਦੂਜੇ ਨਾਲੋਂ ਵੱਖਰੀ ਕਰ ਲਈ ਜਾਵੇ। ਜਦੋਂ ਬਾਣੀ ਨੂੰ ਪੜ੍ਹਾਂਗੇ ਸਮਝ ਆਏਗੀ ਕਿ ਕਿੰਨੇ ਪਿਆਰੇ ਸ਼ੇਖ ਹਯਾਤੀ ਜਗ ਨਾ ਕੋਈ ਥਿਰ ਰਹਿਆ, ਜਿਸ ਆਸਣ ਹਮ ਬੈਠੇ ਕੀਤੇ ਵੈਸ ਗਿਆ। ਜਿੱਥੇ ਅੱਜ ਆਪਾਂ ਬੈਠੇ ਹਾਂ ਪਤਾ ਨਹੀਂ ਕਿੰਨੇ ਸਮਾਜ ਤੇ ਜ਼ਮੀਨਾਂ ਉਹੋ ਹੀ ਨੇ, ਸ਼ਹਿਰ ਉਹੋ ਹੀ ਨੇ, ਦੇਸ਼ ਉਹੋ ਹੀ ਨੇ। ਉਹ ਜ਼ਮੀਨਾਂ ਨੇ ਜਿਹੜੀ ਅੱਜ ਇੱਕੇ ਜ਼ਮੀਨ ਦੇ ਟੁਕੜੇ ਨੂੰ ਇੱਕੋ ਬੰਦਾ ਆਪਣੀ ਜ਼ਿੰਦਗੀ 'ਚ ਕਈਆਂ ਦੇ ਨਾਮ ਹੁੰਦਿਆਂ ਵੇਖਦਾ। ਜਦੋਂ ਕੋਈ ਬੰਦਾ 4 ਕਿੱਲੇ ਕਿਸੇ ਕੋਲੋਂ ਖਰੀਦਦਾ, ਜਿਹਨੇ ਖਰੀਦੀ ਹੁੰਦੀ ਉਹ ਪਾਰਟੀ ਕਰਦਾ। ਪਟਵਾਰੀ ਕਾਨੂੰਗੋ ਤਹਿਸੀਲਦਾਰ ਵੀ ਸਾਡਾ ਕਹਿੰਦਾ ਆਓ ਜੀ ਮੇਰੀ ਪਾਰਟੀ ਉਹ ਹੱਸਦੇ ਆ। ਉਹਦੇ ਅਸੀਂ ਆਪਣੀ ਜ਼ਿੰਦਗੀ 'ਚ ਇਹੋ 4 ਕਿੱਲੇ 10 ਬੰਦਿਆਂ ਦੇ ਨਾਂ 'ਤੇ ਹੁੰਦੇ ਵੇਖ ਲਏ ਨੇ। ਪਰ 10 ਬੰਦੇ ਕੀ ਆਂਦੇ ਸੀ ਅਸੀਂ ਇਹਦੇ ਮਾਲਕ। ਉਹੋ ਹੀ ਘਰ ਹੈ, ਉਹੋ ਹੀ ਗੱਡੀ ਹੈ, ਉਹੋ ਜ਼ਮੀਨ ਹੈ, ਚੀਜ਼ਾਂ ਇੱਥੇ ਰਹਿ ਜਾਣੀਆਂ ਨੇ। ਪਰ ਜਿਹੜਾ ਮਾਲਕ ਖਵਾਉਂਦਾ ਇਹਨੂੰ ਵਣਜਾਰਾ ਕਿਉਂ ਆਖਿਆ ਸੀ ਗੁਰੂ ਸਾਹਿਬ ਨੇ। ਗੁਰਬਾਣੀ 'ਚ ਵਣਜਾਰਿਆਂ ਦੇ ਸਿਰਲੇਖ ਹੇਠ ਸ਼ਬਦ ਹੈ। ਵਣਜਾਰਾ ਉਹ ਹੁੰਦਾ ਜਿਹੜਾ ਪਿੰਡ ਦੇ ਬਾਰ-ਬਾਰ ਆਉਂਦਾ ਸੀ। ਉਹ 10 ਦਿਨ 5 ਦਿਨ ਦਾ ਸੀ, ਅੱਗੇ ਤੁਰ ਪੈਂਦਾ ਸੀ। ਹੈਗੇ ਤੇ ਆਪਾਂ ਵੀ ਵਣਜਾਰੇ ਹਾਂ, ਪਰ ਸਾਨੂੰ ਭੁਲੇਖਾ ਪੈ ਗਿਆ ਵੀ ਸ਼ਾਇਦ ਮੈਂ ਇੱਥੇ ਬੋਲੋ ਜੀ ਮੈਂ ਆਪਣੇ ਘਰ ਦੇ ਬਾਹਰ ਨੇਮ ਪਲੇਟ ਵੀ ਲਾ ਲਈ ਵੀ ਸ਼ਾਇਦ ਇਹ ਮੇਰਾ ਪੱਕਾ ਹੈ। ਪਰ ਮੈਂ ਭੁੱਲ ਗਿਆ ਕਿ ਜੇ ਦਾਦਿਆਂ ਪੜਦਾਦਿਆਂ ਦੀਆਂ ਨੇਮ ਪਲੇਟਾਂ ਮੈਂ ਲਾਤੀਆਂ ਤੇ ਮੇਰੀਆਂ ਜਵਾਕਾਂ ਨੇ ਲਾ ਦੇਣੀਆਂ ਨੇ। ਜਿਹੜੀ ਅੱਜ ਈਮੇਲ ਚਿੱਠੀ ਤੇਰੇ ਨਾਂ 'ਤੇ ਆਉਂਦੀ ਹੈ ਕਦੀ ਦਾਦੇ ਪੜਦਾਦੇ ਦੇ ਨਾਂ 'ਤੇ ਆਉਂਦੀ ਸੀ। ਆਉਣ ਵਾਲੇ ਸਮੇਂ 'ਚ ਖਾਲੀ ਥਾਂ ਭਰੋ ਜੀ, ਬੱਚਿਆਂ ਦੇ ਨਾਂ 'ਤੇ ਆਉਣੀ ਹੈ। ਪਰ ਬੰਦਾ ਗੱਲ ਕਿੱਦਾਂ ਕਰਦਾ, ਇਹ ਘਰ ਮੇਰਾ, ਇਹ ਗੱਡੀ ਮੇਰੀ ਹੈ, ਇਹ ਕੋਠੀ ਮੇਰੀ ਹੈ। ਤੇਰੀ ਹੈ ਭਾਈ, ਕੋਈ ਸ਼ੱਕ ਨਹੀਂ। ਕਿਹਦੀ ਹੈ ਜੀ? ਸੌਖਾ ਸਮਝਾਵਾਂ। ਤੁਸੀਂ ਪਲੇਨ 'ਚ ਸਫ਼ਰ ਕਰਦੇ ਹੋ, ਬੋਰਡਿੰਗ ਪਾਸ ਤੁਹਾਡੇ ਕੋਲ ਹੈ, ਪਲੇਨ 'ਚ ਤੁਹਾਡੇ ਜਾਂਦਿਆਂ ਨੂੰ ਕੋਈ ਤੁਹਾਡੀ ਸੀਟ 'ਤੇ ਬੈਠਾ ਹੈ, ਤੁਸੀਂ ਬੋਰਡਿੰਗ ਪਾਸ ਵਿਖਾ ਕੇ ਉਹਨੂੰ ਉਠਾ ਦਿੰਦੇ ਹੋ, ਉਹ ਆਪਣੀ ਸੀਟ 'ਤੇ ਚਲਾ ਜਾਂਦਾ ਹੈ। ਤੁਸੀਂ ਦਾਅਵਾ ਕਰਦੇ ਹੋ ਸੀਟ ਮੇਰੀ ਹੈ, ਬਿਲਕੁਲ ਤੁਹਾਡੀ ਹੈ ਜੀ, ਕੋਈ ਸ਼ੱਕ ਨਹੀਂ। ਪਰ ਕਿੰਨੀ ਦੇਰ? ਸਫ਼ਰ ਤੱਕ ਤੇਰੀ ਹੈ। ਸਫ਼ਰ ਮੁੱਕਣ ਤੋਂ ਬਾਅਦ ਹੁਣ ਦਾਅਵਾ ਕਰੇ ਤੇਰੀ ਹੈ। ਹੁਣ ਕਹਿ ਹਾਂ। ਉੱਥੇ ਇੱਕ ਫਰਕ ਹੈਗਾ ਵੀ ਉੱਥੇ ਬੰਦੇ ਦੇ ਕੋਲ ਮੌਕਾ ਹੈਗਾ, ਫਿਰ ਦੁਬਾਰਾ ਟਿਕਟ ਖਰੀਦ ਕੇ ਦਾਅਵਾ ਕਰ ਲੇਗਾ, ਉਹ ਵੀ ਜਦੋਂ ਫੇਰ ਸਫ਼ਰ ਕਰਨਾ ਹੋਏਗਾ। ਇੱਥੇ ਤੇ ਇਹ ਵੀ ਨਹੀਂ ਮੌਕਾ ਮਿਲਣਾ ਕਿ ਪੈਸਾ ਖਰੀਦ ਕੇ ਦੁਬਾਰਾ। ਜੇ ਇੱਦਾਂ ਕੀਤਾ ਜਾਂਦਾ ਹੋਵੇ ਨਾ, ਲੋਕ ਸਵਾਸ ਖਰੀਦ ਲੈਂਦੇ,
ਲੋਕ ਸਵਾਸ ਇਹ ਤੇ ਹਮ ਆਦਮੀ ਹਾਂ ਦਮੀ ਦਮ ਦਾ ਆਦਮੀ ਹੈ ਤੂੰ। ਦਮ ਆ ਗਿਆ ਤੇ ਕਹਿਣਾ ਬੰਦਾ, ਦਮ ਨਾ ਆਇਆ ਆਪਾਂ ਕਹਿਣਾ ਜੀ ਫਲਾਣਾ ਬੰਦਾ ਕਿੱਥੇ ਹੈ, ਕਹਿਣਾ ਡੈੱਡ ਬੋਡੀ ਹੈ ਪੋਸਟਮਾਰਟਮ ਹੋਣਾ ਬਾਅਦ 'ਚ ਲੈ ਜਿਓ। ਆਪਾਂ ਕਹਿਣਾ ਸਾਡਾ ਬੰਦਾ, ਉਹਨਾਂ ਕਹਿਣਾ ਨਾ ਨਾ ਲਾਸ਼ ਹੈ ਡੈੱਡ ਹੈ ਇਹਦਾ ਪੋਸਟਮਾਰਟਮ ਹੋਣਾ ਫਿਰ ਲੈ ਕੇ ਜਾਇਓ। ਨਾ ਉਦੋਂ ਤੱਕ ਸੀ ਜਦੋਂ ਤੱਕ ਇਹਦੇ ਸਵਾਸ ਚੱਲ। ਹਮ ਆਦਮੀ ਹਾਂ ਇੱਕਦਮ। ਇਸ ਕਰਕੇ ਜਿਸ ਆਸਣ ਹਮ ਬੈਠੇ ਕੀਤੇ ਬੈਸ ਗਿਆ ਕੱਤਕ ਕੂੰਜਾਂ। ਕੱਤਕ ਦੇ ਮਹੀਨੇ 'ਚ ਪਹਾੜੀ ਇਲਾਕਿਆਂ 'ਚੋਂ ਕੂੰਜਾਂ ਆਉਂਦੀਆਂ ਨੇ, ਪਰ ਜਦੋਂ ਇੱਧਰ ਗਰਮੀ ਦੇ ਇਲਾਕੇ 'ਚ ਫਿਰ ਜੰਗਲਾਂ ਨੂੰ ਅੱਗਾਂ ਲੱਗਣ ਲੱਗ ਪੈਂਦੀਆਂ ਨੇ, ਉਹ ਕੂੰਜਾਂ ਫੇਰ ਵਾਪਸ ਚਲੇ ਜਾਂਦੀਆਂ ਨੇ। ਕੂੰਜਾਂ ਨੂੰ ਸਮਝਵਾ ਕਿ ਸਦਾ ਅਸੀਂ ਇਸ ਇਲਾਕੇ 'ਚ ਨਹੀਂ ਰਹਿਣਾ, ਬੰਦਿਆਂ ਤੈਨੂੰ ਸਮਝੀਏ ਨਹੀਂ। ਕੱਤਕ ਕੂੰਜਾਂ ਚੇਤ ਡਾਉ, ਚੇਤ ਦੇ ਮਹੀਨੇ 'ਚ ਫਿਰ ਡਾਉ ਅੱਗਾਂ ਲੱਗਣ ਲੱਗ ਪੈਂਦੀਆਂ ਨੇ, ਫਿਰ ਉਹ ਫਿਰ ਵਾਪਸ ਵਿਚਾਰੀਆਂ ਪਰਤ ਜਾਂਦੀਆਂ ਨੇ ਵੀ ਸਦਾ ਅਸੀਂ ਇਹਨਾਂ ਇਲਾਕਿਆਂ 'ਚ ਨਹੀਂ ਰਹਿ ਸਕਦੀਆਂ। ਜਦੋਂ ਸਮਾਂ ਬਹਾਰ ਮੁੱਕ ਜਾਂਦੀ ਹੈ ਕੂੰਜਾਂ ਆਪਣੇ ਇਲਾਕਿਆਂ ਚਲੇ ਜਾਂਦੀਆਂ ਨੇ। ਕੱਤਕ ਕੂੰਜਾਂ ਚੇਤ ਡਾਉ ਸਾਵਣ ਬਿਜਲੀਆਂ, ਸਿਆਲੇ ਸੁਹੰਦੀਆਂ ਪਿਰਗਲ ਬਾੜੀਆਂ। ਸਾਉਣ ਦੇ ਮਹੀਨੇ 'ਚ ਫੇਰ ਅੱਗੇ ਬਿਜਲੀਆਂ ਕੜਕਦੀਆਂ ਨੇ। ਯਾਨੀ ਕਿ ਸਮਾਂ ਰੁੱਤ ਬਹਾਰ। ਦਰਖਤ 'ਤੇ ਕਦੀ ਪੱਤੇ ਹੁੰਦੇ ਨੇ, ਕਦੀ ਪੱਤਝੜ ਆ ਜਾਂਦੀ ਹੈ, ਦਰਖਤ ਉਹੀ ਹੁੰਦਾ। ਫਿਰ ਸਰਦੀਆਂ ਲੰਘਦੀਆਂ ਫੇਰ ਕਰੂੰਲੀਆਂ ਨਵੀਆਂ ਫੁੱਟਦੀਆਂ ਨੇ। ਯਾਨੀ ਕਿ ਚਲਾਏ ਮਾਨ ਨੇ ਚੀਜ਼ਾਂ ਸਾਰੀਆਂ। ਚੱਲੇ ਚੱਲਣ ਹਾਰ ਵਿਚਾਰਾਂ ਲੈ ਮਨੋ ਗਡੇਂਦਿਆਂ। ਇਹ ਮਾਤਾ ਦੇ ਗਰਭ ਵਿੱਚ ਸਰੀਰ ਦੇ ਅੰਗ ਬਣਦੇ ਨੇ। 9 ਮਹੀਨਿਆਂ ਬਾਅਦ ਬੱਚਾ ਦੁਨੀਆ 'ਤੇ ਪੈਦਾ ਹੁੰਦਾ ਹੈ, ਸਮਾਜ ਵਿੱਚ ਸੰਸਾਰ ਆਣ ਕੇ ਵੇਖਦਾ ਹੈ। ਕਹਿੰਦੇ ਵੇਖ ਲਾ ਪਹਿਲਾਂ ਮਾਤਾ ਦੇ ਗਰਭ 'ਚ ਸਰੀਰ ਬਣਿਆ, ਫਿਰ ਦੁਨੀਆ 'ਤੇ ਆਇਆ, ਪਰ ਇਹਨੂੰ ਤੋੜਨ ਲੱਗਿਆ ਵੀ ਭਲਾ 9 ਮਹੀਨੇ ਲੱਗਣੇ ਨੇ। ਇਹਨੂੰ ਤੋੜਨ ਲੱਗਿਆ ਵੀ ਇੰਨਾ ਟਾਈਮ ਹੀ ਲੱਗੇਗਾ। ਗਡੇਂਦਿਆਂ 6 ਮਾਹ ਤੁੜਨਦਿਆਂ ਹਿੱਕ ਖਿਣ। 1 ਸਕਿੰਟ ਦੀ ਖੇਡ, ਮਾੜੀ ਜਿਹੀ ਠੋਕਰ ਵੱਜੀ, ਤੁਰਿਆ ਤੁਰਿਆ ਜਾਂਦਾ। ਇੱਥੇ ਸਵਾਸ ਸੀ, ਉੱਥੇ ਐਕਸੀਡੈਂਟ ਹੋ ਗਈ ਤੇ ਇੱਥੇ ਹੁਣ ਇਹੀ ਕੱਖ ਨਹੀਂ, ਖਤਮ ਹੈ ਕਹਾਣੀ ਬੰਦੇ ਦੀ। ਬੰਦਾ ਕਹਿੰਦਾ ਮੈਂ ਸਭ ਕੁਝ ਹੀ ਹਾਂ। ਕਿੰਨੀਆਂ ਅੱਜ ਕੱਲ੍ਹ ਤਾਂ ਵੀਡੀਓ ਹੁੰਦਾ ਤੇ ਪਹਿਲਾਂ ਵੀ ਹੋਏਗਾ, ਪਰ ਅੱਜ ਕੱਲ੍ਹ ਤਾਂ ਕੈਚ ਹੋ ਜਾਂਦੀ, ਉਹ ਰਿਕਾਰਡਿੰਗ ਆ ਜਾਂਦੀ ਸਾਹਮਣੇ। ਬੰਦਾ ਰੋਟੀ ਖਾ ਰਿਹਾ ਸੀ, ਮੁਕੰਮਲ ਰੋਟੀ ਨਹੀਂ ਖਾ ਸਕਿਆ, ਗੱਲਾਂ ਕਰਦਿਆਂ ਕਰਦੇ ਬੰਦਾ ਪ੍ਰਾਣ ਤੇ ਆ ਗਿਆ। ਪਰ ਬੰਦਾ ਦਾਅਵੇ ਕਿੱਦਾਂ ਕਰਦਾ, ਮੈਂ ਆਹ ਕਰ ਦੂੰ, ਮੈਂ ਉਹ ਕਰ ਦੂੰ, ਮੈਂ ਇੱਦਾਂ ਕਰ ਦੂੰ। ਗਡੇਂਦਿਆਂ 6 ਮਾਹ ਤੁੜਨਦਿਆਂ ਹਿੱਕ ਖਿੰਨੋ। ਕਹਿੰਦੇ ਜਿਮੀ ਪੁੱਛੇ ਅਸਮਾਨ ਫਰੀਦਾ ਖੇਵਟ ਕਿਨ ਗਏ। ਕਹਿੰਦੇ ਅਸਮਾਨ ਜ਼ਮੀਨ ਨੂੰ ਪੁੱਛਦਾ ਵੀ ਇੱਥੇ ਜਿਹੜੇ ਵੱਡੇ ਵੱਡੇ ਰਾਜੇ ਧਨੰਦਰ ਤੁਰੇ ਫਿਰਦੇ ਸੀ, ਜਿਹੜੇ ਕਹਿੰਦੇ ਸੀ ਅਸੀਂ ਆਹ ਕਰ ਦਾਂਗੇ, ਕਿੱਥੇ ਚਲੇ ਗਏ? ਖੇਵਟ ਕਿਨ ਗਏ। ਜਾਲਣ ਗੋਰਾ ਨਾਲ ਸਰੀਰ ਤੇ ਉਹਨਾਂ ਦੇ ਇੱਥੇ ਆ, ਪਰ ਉਲਾਮੇ ਜੀਸ ਹੈ ਜਿਹੜੇ ਲੋਕਾਂ ਦੇ ਧੱਕੇ ਕੀਤੇ ਸੀ, ਜ਼ੁਲਮ ਕੀਤਾ ਸੀ, ਅੱਜ ਵੀ ਲੋਕ ਉਹਨਾਂ ਦਾ ਨਾਮ ਲੈ ਲੈ ਕੇ ਉਹਨਾਂ ਨੂੰ ਲਾਹਨਤਾਂ ਪਾਉਂਦੇ ਆ। ਪਰ ਇਹਨਾਂ ਸ਼ਬਦਾਂ ਨੂੰ ਤੁਸੀਂ ਅੰਦਰ ਦੇ ਸਿਸਟਮ 'ਤੇ ਵੀ ਲਾ ਕੇ ਵੇਖਿਓ। ਇੱਥੇ ਅਸਮਾਨ ਸਾਡੇ ਬ੍ਰੇਨ ਨੂੰ ਆਖਿਆ, ਜ਼ਮੀਨ ਸਾਡੇ ਹਿਰਦੇ ਨੂੰ ਆਖਿਆ। ਜਦੋਂ ਦਿਮਾਗ ਰੂਪੀ ਅਸਮਾਨ ਇਸ ਹਿਰਦੇ ਰੂਪੀ ਧਰਤੀ ਨੂੰ ਪੁੱਛਦਾ, ਉਹ ਕਿੱਥੇ ਗਏ ਵਕਾਰ ਜਿਹੜੇ ਤੈਨੂੰ ਸੱਚ ਨਾਲ ਮਿਲ ਨਹੀਂ ਸੀ ਦਿੰਦੇ? ਉਹ ਕਿੱਥੇ ਗਏ ਗਿਆਨ ਇੰਦਰੇ ਕਰਮ ਇੰਦਰੇ? ਕਹਿੰਦੇ ਜਾਲਣ ਗੋਰਾ ਨਾਲ ਅੱਜ ਉਹ ਅੰਦਰ ਦੇ ਵਿਸ਼ੇ ਵਕਾਰ ਕਬਰਾਂ ਵਿੱਚ ਸੜ ਗਏ। ਤੇ ਉਲਾਮੇ ਜੀਸ ਹੈ ਜਿਨ੍ਹਾਂ ਕਰਕੇ ਜੀ ਉਲਾਮੇ ਸਹਿੰਦਾ ਸੀ। ਜਦੋਂ ਸ਼ਬਦਾਂ ਨੂੰ ਇੱਦਾਂ ਸਮਝੋਗੇ ਗੱਲ ਸਮਝ ਆ ਜਾਏਗੀ ਕਿ ਸਾਨੂੰ ਭਗਤ ਫਰੀਦ ਜੀ, ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਇਹ ਜਿੰਨੇ ਵੀ ਮਹਾਂਪੁਰਖ ਹੋਏ ਨੇ, ਇਹ ਜ਼ਿੰਦਗੀ ਦਾ ਸੁਨੇਹਾ ਦੇਣ ਆਏ ਸੀ। ਬੰਦਿਆ ਤੂੰ ਕਿੰਨੇ ਸਾਲ, ਕਿੰਨੇ ਦਿਨ, ਕਿੰਨੇ ਮਹੀਨੇ ਇਸ ਦੁਨੀਆ 'ਤੇ ਰਿਹਾ, ਇਹ ਨਹੀਂ ਵੇਖਿਆ ਜਾਣਾ। ਇਹ ਵੇਖਿਆ ਜਾਣਾ ਤੂੰ ਦੁਨੀਆ 'ਤੇ ਆਣ ਕੇ ਚੰਗੇ ਕੰਮ ਕਿੰਨੇ ਕੀਤੇ ਸੀ, ਤੂੰ ਚੰਗਾ ਸੁਨੇਹਾ ਕਿੰਨਾ ਕੁ ਦਿੱਤਾ ਸੀ, ਤੂੰ ਚੰਗਾ ਕਿਸੇ ਨੂੰ ਬੋਲਿਆ ਕਿੰਨਾ ਕੁ ਸੀ, ਤੂੰ ਸਮਾਜ ਵਿੱਚ ਕਿੱਦਾਂ ਜ਼ਿੰਦਗੀ ਬਤੀਤ ਕੀਤੀ ਸੀ। ਆਓ ਆਪਣੀ ਜ਼ਿੰਦਗੀ ਦੇ ਵਿੱਚ ਚੰਗੇ ਕੰਮ ਕਰਨ ਦੀ ਆਦਤ ਪਾਈਏ। ਤੇ ਜਿਹੜੀ ਗੱਲ ਸਾਨੂੰ ਬਾਣੀ ਨੇ ਸਿਖਾਈ ਹੈ ਵੀ ਆਜ ਮਿਲਾਵਾ ਸ਼ੇਖ ਫਰੀਦ ਟੱਕ ਮੁਕੁੰਝੜੀਆਂ ਮਨੋ ਮਚਿੰਦੜੀਆਂ, ਇਹ ਜਿਹੜਾ ਸਾਨੂੰ ਸਰੀਰ ਮਿਲਿਆ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਜਿਹੜਾ ਸਾਨੂੰ ਜੀਵਨ ਮਿਲਿਆ, ਆਪਣੇ ਆਪ ਨੂੰ ਜਾਣਨਾ ਹੀ ਉਸ ਗੋਬਿੰਦ ਨੂੰ ਪਾਉਣਾ ਹੈ। ਬੰਦੇ ਖੋਜ ਦਿਲ ਹਰ ਰੋਜ਼ ਨਾ ਫੇਰ ਪਰੇਸ਼ਾਨੀ ਮਾਹੇ, ਭੂਲੇ ਮਾਰਗ ਜਿਨੇ ਬਤਾਇਆ ਐਸਾ ਗੁਰ ਵੱਡ ਭਾਗੀ ਪਾਇਆ। ਸਿਰ ਝੁਕਦਾ ਐਸੇ ਮਹਾਂਪੁਰਖਾਂ ਦੇ ਚਰਨਾਂ 'ਚ ਜਿਨ੍ਹਾਂ ਨੇ ਇੰਨੇ 100 ਸਾਲ ਪਹਿਲਾਂ ਦੁਨੀਆ 'ਤੇ ਆ ਕੇ ਵੀ ਆਪਣੇ ਆਪ ਨੂੰ ਵਿਚਾਰਾਂ ਦੇ ਦੁਆਰਾ ਸੁਰਜੀਤ ਕੀਤਾ ਤੇ ਜਿਉਂਦੇ ਰੱਖਿਆ। ਤੇ ਗੁਰੂ ਨਾਨਕ ਸਾਹਿਬ ਵਰਗੀ ਸ਼ਖਸੀਅਤ ਉਹਨਾਂ ਦੇ ਪੈਰੋਕਾਰਾਂ ਕੋਲ ਪਹੁੰਚ ਕੇ ਉਹਨਾਂ ਦੀ ਸਾਰੀ ਬਾਣੀ ਇਕੱਤਰ ਕਰਕੇ, ਗੁਰੂ ਨਾਨਕ ਸਾਹਿਬ ਜੀ ਨੇ 15 ਭਗਤਾਂ ਦੀ ਬਾਣੀ ਇਕੱਠੀ ਕਰਕੇ ਜਦੋਂ ਗੁਰੂ ਅੰਗਦ ਸਾਹਿਬ ਜੀ ਨੂੰ ਗੁਰਿਆਈ ਦੀ ਜ਼ਿੰਮੇਵਾਰੀ ਦਿੱਤੀ ਹੈ, ਸਾਰੀ ਬਾਣੀ ਉਹਨਾਂ ਦੇ ਹਵਾਲੇ ਕੀਤੀ। ਇੱਦਾਂ ਹੀ ਅੱਗੇ ਗੁਰੂ ਅੰਗਦ ਸਾਹਿਬ ਤੋਂ ਬਾਅਦ ਗੁਰੂ ਅਮਰਦਾਸ, ਗੁਰੂ ਅਮਰਦਾਸ ਜੀ ਤੋਂ ਬਾਅਦ ਗੁਰੂ ਰਾਮਦਾਸ ਪਾਤਸ਼ਾਹ ਜੀ, 5ਵੇਂ ਪਾਤਸ਼ਾਹ ਤੱਕ ਇੱਦਾਂ ਹੀ ਭਗਤਾਂ ਦੀ ਬਾਣੀ ਸਾਰੀ
ਗੁਰੂ ਸਾਹਿਬ ਜੀ ਦੇ ਕੋਲ ਇੱਦਾਂ ਪਹੁੰਚੀ। ਪੱਟਾਂ ਦੇ ਸਵਈਏ ਬਾਅਦ ਵਿੱਚ ਜਦੋਂ ਗੁਰੂ ਅਰਜਨ ਸਾਹਿਬ ਜੀ ਦੇ ਵੇਲੇ ਸਾਰੇ ਉਚਾਰਨ ਕੀਤੇ ਗਏ। ਇਹ ਸਾਰੀ ਸੇਵਾ ਧੰਨ ਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਆਪਣੇ ਕਰ ਕਮਲਾਂ ਨਾਲ ਕੀਤੀ। ਆਓ ਆਪਣੀ ਜ਼ਿੰਦਗੀ ਦੇ ਵਿੱਚ ਸਹਿਜ ਪਾਠ ਜਿਨ੍ਹਾਂ ਨੇ ਅਜੇ ਨਹੀਂ ਸ਼ੁਰੂ ਕੀਤਾ, ਗੁਰਬਾਣੀ ਖੁਦ ਆਪ ਪੜ੍ਹੀਏ, ਆਪ ਅਰਥ ਭਾਵ ਵਿਚਾਰੀਏ ਅਤੇ ਗੁਰੂ ਦੇ ਉਪਦੇਸ਼ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਣ ਦਾ ਯਤਨ ਕਰੀਏ। ਇੰਨੇ ਕੁ ਬਚਨ ਪ੍ਰਵਾਨ ਕਰਨੇ। ਤੁਸੀਂ ਰਜੇਵਿਆਂ ਭਰੀ ਜ਼ਿੰਦਗੀ 'ਚੋਂ ਸਮਾਂ ਕੱਢ ਕੇ ਸ਼ਾਮਾਂ ਦੇ ਦੀਵਾਨ ਦੀ ਅੱਜ ਗੁਰੂ ਦੀ ਗੋਦ ਵਿੱਚ ਬੈਠ ਕੇ ਹਾਜ਼ਰੀ ਲਵਾਈ ਹੈ। ਵਿਚਾਰਾਂ ਕਰਦਿਆਂ ਭੁੱਲਾਂ ਮੇਰੀਆਂ, ਜੇ ਕੋਈ ਬਚਨ ਚੰਗਾ ਲੱਗਾ ਮੇਰਾ ਨਹੀਂ, ਸਤਿਗੁਰ ਦਾ ਜਾਣ ਕੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰਨਾ। ਆਓ ਬੜੇ ਪਿਆਰ ਨਾਲ ਫਤਿਹ ਬੁਲਾਓ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।